ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ ਜੀ 8 ਮਾਰਚ, ਸ਼ਾਮ ਦੇ 6:30 ਹੋਏ ਨੇ। ਅੱਜ ਦੇ ਇਸ ਸ਼ਮਾਦਾਨ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਬਠਿੰਡਾ ਸਟੂਡੀਓ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋਮਵਾਰ ਦੇ ਦਿਨ ਸਾਡੇ ਨਾਲ ਅੱਜ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਜੁੜਨਗੇ ਡਾਕਟਰ ਸ਼ਿੰਦਰ ਕੌਰ ਹੋਰੀ ਅਤੇ ਪੱਤਰਕਾਰ ਸ਼ਿਵਿੰਦਰ ਹੋਰੀ। ਇਸ ਤੋਂ ਪਹਿਲਾਂ ਕਿ ਆਪਾਂ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਗੱਲਬਾਤ ਅਤੇ ਖਬਰਾਂ ਦੇ ਉੱਤੇ ਟਿੱਪਣੀਆਂ ਚਰਚਾ ਕਰੀਏ, ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ, ਏਅਰਪੋਰਟ ਰੋਡ, ਐਰੋ ਸਿਟੀ ਮੋਹਾਲੀ ਵੱਲੋਂ। ਜਿਹੜੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪਲਾਟਸ ਦੇ ਵਿੱਚ ਡੀਲ ਕਰਦੇ ਨੇ, ਉਹ ਭਾਵੇਂ ਮੋਹਾਲੀ ਹੋਵੇ, ਚੰਡੀਗੜ੍ਹ, ਜ਼ੀਰਕਪੁਰ ਜਾਂ ਖਰੜ, ਰੇਰਾ ਅਪਰੂਵਡ ਨੇ। ਤੁਸੀਂ ਜੇਕਰ ਮਨ ਬਣਾਇਆ ਕਿ ਪੰਜਾਬ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਦੇ ਉੱਤੋਂ ਗਰੰਟਿਡ ਰਿਟਰਨ ਲੈਣਾ ਚਾਹੁੰਦੇ ਹੋ, ਭਾਵੇਂ ਕਮਰਸ਼ੀਅਲ ਹੋਵੇ, ਇੰਡਸਟਰੀਅਲ ਹੋਵੇ, ਕਿਸੇ ਤਰ੍ਹਾਂ ਦਾ ਵੀ ਪਲਾਟ ਹੋਵੇ, ਤਾਂ ਨੰਬਰ ਨੋਟ ਕਰ ਲਓ 8936000000 93 360 ਕਹਿੰਦੇ ਵਾ 5 ਵਾਰੀ 0, ਅਤੇ ਦੂਜਾ ਨੰਬਰ ਹੈ 9855 400009 ਦੇ ਉੱਤੇ ਕਾਲ ਕਰ ਸਕਦੇ ਹੋ। ਬੇਕਰਸਵੀਲ ਏਰੀਆ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਇੱਕੋ ਇੱਕ ਨਾਂ ਜਤਿੰਦਰ ਸਿੰਘ ਤੂਰ, 6617541722। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਸੈਟਲ ਏਰੀਆ ਦੇ ਵਿੱਚ ਤੁਹਾਨੂੰ ਲੋਕਲ ਜੋਬ ਦਿੰਦੀ ਹੈ ਜੀ। ਡੇਲੀ ਕੰਮ ਤੋਂ ਘਰੇ ਬੱਚਿਆਂ ਕੋਲ ਜਾ ਸਕਦੇ ਹੋ, ਵਧੇਰੇ ਸਮਾਂ ਬਤੀਤ ਕਰ ਸਕਦੇ ਹੋ, ਇਨਕਮ ਲੌਂਗ ਹਾਲ ਜਿੰਨੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਹੋਰ ਅੱਗੇ ਚੱਲੀਏ ਤਾਂ ਕੁਛ ਹੋਰ ਵਪਾਰਕ ਸੁਨੇਹੇ ਜਿਹੜੇ ਆਪਾਂ ਲੈ ਲਈਏ ਅਤੇ ਫਿਰ ਹਾਜ਼ਰ ਹੁੰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸ਼ੁਰੂਆਤ ਕਰੀਏ। ਅੱਜ ਮਹਿਲਾ ਦਿਵਸ ਤੇ ਬੜਾ ਅੱਛੇ ਸੰਕੇਤ ਆਏ ਨੇ ਜੀ ਟਿੱਕਰੀ ਤੇ ਸਿੰਘੂ ਬਾਰਡਰ ਤੋਂ। ਉੱਥੇ ਸਾਡੀਆਂ ਬੀਬੀਆਂ ਜਿਹੜੀਆਂ ਨੇ ਪ੍ਰੋਮੀਨੈਂਟਲੀ ਮੋਰਚੇ ਦੀ ਕਮਾਨ ਸੰਭਾਲਦੀਆਂ ਨਜ਼ਰ ਆ ਰਹੀਆਂ ਨੇ, ਵੀ ਮੋਰਚੇ ਦੇ ਵਿੱਚ ਬੜਾ ਅਹਿਮ ਯੋਗਦਾਨ ਪਾਉਂਦੀਆਂ ਨਜ਼ਰ ਆ। ਕਹਿਣ ਤੋਂ ਭਾਵ ਵੀ ਜਿਵੇਂ ਕਹਿੰਦੇ ਨਾ ਵੀ ਫੌਜ ਦੀਆਂ ਕਿੰਨੀਆਂ ਟੁਕੜੀਆਂ ਹੁੰਦੇ ਤੇ ਇੱਕ ਇਹ ਟੁਕੜੀ ਨੇ ਵੀ ਮੋਰਚਾ ਬਾਰਡਰ ਤੇ ਸੰਭਾਲ ਲਿਆ। ਬਿਲਕੁਲ, ਅੱਜ ਕੌਮਾਂਤਰੀ ਮਹਿਲਾ ਦਿਵਸ ਹੈ, ਔਰਤਾਂ ਦਾ ਦਿਵਸ ਹੈ, ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਘੱਟੋ ਘੱਟ ਉੱਤਰੀ ਭਾਰਤ ਦੀਆਂ ਔਰਤਾਂ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਨੂੰ ਇਹ ਅਹਿਸਾਸ ਹੋਇਆ ਕਿ ਸਾਡਾ ਵੀ ਕੋਈ ਦਿਨ ਹੈ। ਔਰ ਉਹ ਦਿਨ ਇਕੱਲਾ ਇਹ ਅਹਿਸਾਸ ਨਹੀਂ ਹੋਇਆ, ਉਹਨਾਂ ਨੇ ਮਨਾਇਆ ਵੀ ਹੈ ਜੀ। ਕਿਸਾਨ ਲੀਡਰਸ਼ਿਪ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉਹਨਾਂ ਨੂੰ ਮਾਣ ਸਨਮਾਨ ਦਿੱਤਾ। ਅੱਜ ਦਾ ਇਹ ਦਿਵਸ ਮਨਾਉਣ ਵਾਸਤੇ ਟੋਟਲ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਪਾ ਦਿੱਤੀ ਜੀ। ਤੁਸੀਂ ਗੱਲ ਮੋਰਚਾ ਸੰਭਾਲਣ ਦੀ ਕੀਤੀ ਹੈ, ਜਦੋਂ ਤੁਸੀਂ ਮੋਰਚਾ ਸੰਭਾਲਣ ਦੀ ਗੱਲ ਕੀਤੀ ਹੈ ਤੇ ਮੇਰੇ ਆਜ਼ਾਦੀ ਦੇ ਇਤਿਹਾਸ ਦਾ ਇੱਕੋ ਪੰਨਾ ਯਾਦ ਆ ਗਿਆ ਜੀ, ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਦੀ ਮਹਿਲਾ ਵਿੰਗ ਵੀ ਬਣਾਇਆ ਸੀ। ਨੇ ਮਹਿਲਾ ਵਿੰਗ ਵੀ ਬਣਾਇਆ। ਉਦੋਂ ਆਮ ਤੌਰ 'ਤੇ ਜਿਹੜਾ ਦਿੱਲੀ ਦੇ ਲਾਲ ਕਿਲ੍ਹੇ ਦੇ ਵਿੱਚ ਮੁਕੱਦਮਾ ਚੱਲਿਆ ਸੀ, ਉਸ ਮੁਕੱਦਮੇ ਦੇ 3 ਦੋਸ਼ੀ ਸੀ ਜੀ, ਨਾਮਜ਼ਦ, ਜਿਹੜੇ ਮੁਲਜ਼ਮ ਕਹਿ ਸਕਦੇ ਆਪਾਂ ਨੂੰ, ਮੁਲਜ਼ਮ ਨਹੀਂ ਸੀ ਹਾਲੇ। ਉਹਨਾਂ 'ਤੇ ਜਦੋਂ ਮੁਕੱਦਮਾ ਚੱਲ ਰਿਹਾ ਸੀ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨਾਅਰਾ ਲੱਗਦਾ ਹੁੰਦਾ ਸੀ, ਲਾਲ ਕਿਲ੍ਹੇ ਤੋਂ ਆਈ ਆਵਾਜ਼, ਢਿੱਲੋਂ, ਸਹਿਗਲ, ਸ਼ਾਹਨਵਾਜ਼ ਜੀ। ਉਹ 3 ਬੰਦੇ ਸੀ, ਤਿੰਨੇ ਧਰਮਾਂ ਦੇ ਮੁੱਖ। ਮਤਲਬ ਢਿੱਲੋਂ ਸਿੱਖਾਂ 'ਚੋਂ ਆ ਗਿਆ ਜੀ, ਸਹਿਗਲ ਹਿੰਦੂਆਂ 'ਚੋਂ ਆ ਗਿਆ ਤੇ ਸ਼ਾਹਨਵਾਜ਼ ਮੁਸਲਮਾਨਾਂ 'ਚੋਂ ਆ ਗਿਆ ਜੀ। ਇਹਦੇ ਤੋਂ ਇਹ ਪਤਾ ਲੱਗਦਾ ਸੀ ਕਿ ਸਾਡੀ ਤਹਿਰੀਕ ਹੈ, ਜਿਹੜੀ ਸਾਡੀ ਆਜ਼ਾਦੀ ਦਾ ਅੰਦੋਲਨ ਹੈ ਜੀ, ਉਹ ਪੂਰੀ ਤਰ੍ਹਾਂ ਸੈਕੂਲਰ ਹੈ। ਤੇ ਇਕੱਲਾ ਸੈਕੂਲਰ ਨਹੀਂ, ਜਿਹੜਾ ਤੁਸੀਂ ਵਿੱਚ ਜ਼ਿਕਰ ਕੀਤਾ ਸੀ ਕਿ ਮਹਿਲਾ ਬ੍ਰਿਗੇਡ ਵੀ ਬਣਾਈ ਸੀ ਜੀ, ਤੇ ਉਹ ਹੁਣ ਮਹਿਲਾ ਬ੍ਰਿਗੇਡ ਦੇ ਵਿੱਚ ਕੌਣ ਸੀ ਉਹਦੀ ਇੰਚਾਰਜ, ਉਸ ਵੀਰਾਂਗਨਾ ਦਾ ਨਾਂ ਹੈ ਕੈਪਟਨ ਲਕਸ਼ਮੀ ਸਹਿਗਲ ਜੀ। ਕਿਆ ਬਾਤ ਹੈ। ਕੈਪਟਨ ਲਕਸ਼ਮੀ ਸਹਿਗਲ ਕੁਝ ਸਮਾਂ ਪਹਿਲਾਂ ਸਾਡੇ ਦੇਖਦੇ ਹੀ ਉਹ ਰੁਖਸਤ ਹੋਏ ਇਸ ਦੁਨੀਆ ਦੇ ਉੱਤੋਂ। ਸੋ ਆਪਾਂ ਜੇ ਗੱਲ ਕਰੀਏ ਤਾਂ ਸਾਡਾ ਜਿਹੜਾ ਅੰਦੋਲਨ ਹੈ ਜੀ, ਅੰਦੋਲਨ ਜਿਹੜੀ ਹੈਗੀ ਹੈ ਉਹਦੀ ਜ਼ਿੰਦ ਜਾਨ ਰਹੀ ਹੈ ਔਰਤਾਂ। ਤੇ ਜੇ ਆਪਾਂ ਅਤੀਤ ਚਲੇ ਚਲੀਏ, ਕੁਛ ਇਤਿਹਾਸ ਹੁੰਦਾ, ਕੁਛ ਮਿਥਿਹਾਸ ਹੁੰਦਾ ਹੈ। ਆਪਾਂ ਮਹਾਭਾਰਤ ਦੀ ਗੱਲ ਕਰੀਏ, ਆਪਾਂ ਰਾਮਾਇਣ ਦੀ ਗੱਲ ਕਰੀਏ, ਪਤਾ ਨਹੀਂ ਰਾਮਾਇਣ ਕਦੋਂ ਲਿਖੀ ਗਈ ਹੈ, ਮਹਾਭਾਰਤ ਕਦੋਂ ਲਿਖੀ ਗਈ, ਕਿਹਦੇ ਵਿੱਚ ਕੀ ਸੀ ਜੀ, ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ। ਲੇਕਿਨ ਜਿਹੜਾ ਲੇਟੈਸਟ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ, ਜਿਸ ਇਤਿਹਾਸ ਦਾ ਜ਼ਿਕਰ ਪਿਆ ਪੰਨਿਆਂ ਦੇ ਵਿੱਚ, ਜਿਹਦੀ ਪੁਸ਼ਟੀ ਵੀ ਹੁੰਦੀ ਹੈ ਉਹਦੀ ਇਹ ਕਿ ਹਾਂ ਇਹ ਹਕੀਕਤ ਸੱਚਾਈ ਹੈ, ਉਹ ਦੇਖਾਂਗੇ ਤਾਂ ਸਭ ਤੋਂ ਜਿਹੜਾ ਲੇਟੈਸਟ, ਜਿਹੜਾ ਸਭ ਤੋਂ ਯੰਗ ਧਰਮ ਹੈ ਉਹ ਹੈਗਾ ਸਿੱਖ ਧਰਮ ਜੀ। ਸਿੱਖ ਧਰਮ ਦੇ ਵਿੱਚ ਵੀ ਔਰਤਾਂ ਦਾ ਕਿੱਡਾ ਵੱਡਾ ਯੋਗਦਾਨ ਹੈ। ਮਾਈ ਭਾਗੋ, ਮਾਤਾ ਗੁਜਰੀ, ਇਹ ਸਾਰਾ ਜਿਹੜਾ ਅਸੀਂ ਦੇਖਦੇ ਹਾਂ ਤਾਂ ਸਾਡੇ ਮਤਲਬ ਅੰਗ ਸੰਗ ਸਾਡਾ ਜਿਹੜਾ ਹੈਗਾ, ਕਦੇ ਵੀ ਕੋਈ ਅੰਦੋਲਨ ਸੰਪੂਰਨ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਵਿੱਚ 50% ਆਬਾਦੀ ਬਾਹਰ ਰਵੇ। ਔਰਤਾਂ ਦੀ 50% ਆਬਾਦੀ ਹੈ,
ਔਰ ਇਹ 50% ਆਬਾਦੀ ਹਰ ਥਾਂ ਤੇ ਹੋਣੀ ਚਾਹੀਦੀ ਹੈ। ਇਸ ਵੇਲੇ ਤੁਹਾਨੂੰ ਪਤਾ ਵੀ ਕਿਸਾਨ ਅੰਦੋਲਨ ਬਹੁਤ ਵੱਡੇ ਸੰਕਟ ਦੇ ਵਿੱਚ ਫਸ ਗਿਆ ਸੀ, ਹੁਣ ਤਾਂ ਖੈਰ ਨਿਕਲ ਗਿਆ ਜੀ। ਹੁਣ ਤਾਂ ਭਾਰਤ ਦੇ ਵਿੱਚ ਵਿਸ਼ਾਲ ਦਾਇਰਾ ਬੜਾ ਵਿਸ਼ਾਲ ਹੋ ਗਿਆ। ਮਤਲਬ ਜਿਹੜਾ 26 ਜਨਵਰੀ ਦਾ ਘਟਨਾਕ੍ਰਮ ਹੋਇਆ ਸੀ ਉਹਦੇ ਨਾਲ ਬੜੀ ਨਿਰਾਸ਼ਾ ਸੀ, ਛਾ ਗਈ ਸੀ। ਪਰ ਉਹਦਾ ਫਾਇਦਾ ਵੀ ਹੋ ਗਿਆ ਢਿੱਲੋਂ ਸਾਹਿਬ। ਹਾਂ, ਕਾਜੂ ਬਦਾਮਾਂ ਵਾਲੇ ਆ ਗਏ ਉੱਥੋਂ, ਜਿਨ੍ਹਾਂ ਨੇ ਉੱਤੇ ਐਸ਼ ਪ੍ਰਸਤੀਆਂ ਕਰਨ ਗਏ ਸੀ, ਮੀਡੀਆ ਨੂੰ ਇੱਕ ਇਹੋ ਜਿਹੀਆਂ ਗੱਲਾਂ ਦਿੰਦੇ ਸੀਗੇ ਜੀ ਇਹ ਤਾਂ ਲੋਕ ਇੱਥੇ ਪਿਕਨਿਕ ਮਨਾਉਣ ਆਏ ਨੇ, ਹੋਰ ਮਨਾਉਣ ਆਏ, ਉਹ ਲੋਕ ਵਾਪਸ ਵੀ ਆ ਗਏ। ਚਲੋ ਉਹ ਆ ਗਏ, ਸਾਰਾ ਜਿਹੜਾ ਜਿੱਥੋਂ ਨਿਕਲ ਕੇ ਅੰਦੋਲਨ ਜਿੱਥੇ ਪਹੁੰਚ ਗਿਆ, ਤੇ ਹੁਣ ਇਹ ਅੰਦੋਲਨ ਜਿਹੜਾ ਹੈਗਾ ਸੰਭਲ ਗਿਆ। ਸੰਭਲੇ ਹੋਏ ਅੰਦੋਲਨ ਦੇ ਵਿੱਚ ਖਬਰਾਂ ਇਹ ਆ ਰਹੀਆਂ ਵਾਰੀ-ਵਾਰੀ, ਕਦੇ ਗੋਦੀ ਮੀਡੀਆ ਤੇ ਆ ਰਹੀਆਂ, ਕਦੇ ਅਫਵਾਹਾਂ ਬੁਲਾਈਆਂ ਜਾ ਰਹੀਆਂ ਕਿ ਦੇਰ ਸਵੇਰ ਦੇ ਵਿੱਚ ਕਿਸਾਨ ਲੀਡਰਸ਼ਿਪ, ਜਿਹੜੀ ਮੂਹਰਲੀ ਲੀਡਰਸ਼ਿਪ ਹੈ, ਉਹਨੂੰ ਹੱਥ ਪੈ ਸਕਦਾ ਹੈ। ਅੱਛਾ ਜੀ। ਔਰ ਉਦੋਂ ਫਿਰ ਇੱਕ ਫਿਕਰ ਹੁੰਦਾ ਵੀ ਇਹ ਤੋਂ ਬਾਅਦ ਬਣੂਗਾ ਕੀ। ਲੇਕਿਨ ਮੈਂ ਸਮਝਦਾ ਕਿ ਇਹ ਜਿਹੜੇ ਦਿਵਸ ਮਨਾਏ ਜਾਂਦੇ ਆ, ਇਹ ਦੋ ਇਹਦੇ ਪੱਖ ਹੈ ਜੀ। ਇੱਕ ਪੱਖ ਤਾਂ ਇਹ ਹੈ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਂਦਾ। ਅੱਜ ਜਦੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ ਸਾਰਾ ਕੰਟਰੋਲ ਮੋਰਚੇ ਦਾ ਬੀਬੀਆਂ ਦੇ ਹੱਥ ਵਿੱਚ ਹੈ ਜੀ, ਔਰ ਇਹ ਜਿਹੜੀਆਂ ਹੈਗੀਆਂ ਖਬਰਾਂ ਇਹਨੇ ਥਰੂ ਆਊਟ ਵਰਲਡ ਜਾਣਾ, ਸੰਸਾਰ ਦੇ ਵਿੱਚ ਇਹ ਪਤਾ ਲੱਗਣਾ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਔਰਤਾਂ ਵੀ ਉੱਠ ਖੜੋਤੀਆਂ ਜੀ। ਔਰ ਔਰਤਾਂ ਦਾ ਉੱਠ ਖੜਾਉਣਾ ਬਹੁਤ ਵੱਡੀ ਗੱਲ ਹੈ। ਇਹਨੂੰ ਅਸੀਂ ਛੁਟਿਆ ਕੇ ਨਹੀਂ ਦੇ ਸਕਦੇ। ਉਦੋਂ ਅਸੀਂ ਦੇਖਾਂਗੇ ਕਿ ਅੰਦੋਲਨ ਹੁਣ ਜਿਹੜਾ ਹੈਗਾ ਆਪਣੀ ਸਫਲਤਾ ਵੱਲ ਵੱਧ ਰਿਹਾ ਜੀ। ਦੂਜਾ ਪੱਖ ਇਹਦਾ ਇਹ ਹੈ ਕਿ ਖੁਦਾ ਨਾ ਖਾਸਤਾ ਕੱਲ ਨੂੰ ਕਿਸਾਨ ਲੀਡਰਸ਼ਿਪ ਜਿਨ੍ਹਾਂ ਦੇ ਉੱਤੇ ਅਣਗਿਣਤ ਮੁਕੱਦਮੇ ਪਹਿਲਾਂ ਹੀ ਦਰਜ ਕੀਤੇ ਹੋਏ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ। ਗ੍ਰਿਫਤਾਰੀਆਂ ਦੀ ਸੂਰਤ ਵਿੱਚ ਕੌਣ ਸੰਭਾਲੂਗਾ ਅੰਦੋਲਨ ਨੂੰ ਜੀ? ਤਾਂ ਉਹ ਪਹਿਲਾਂ ਉਹਨਾਂ ਨੇ, ਤੁਸੀਂ ਦੇਖਿਆ ਹੋਣਾ, ਇੱਕ ਯੂਥ ਦਿਵਸ ਬਣਾਇਆ ਜੀ। ਯੂਥ ਦਿਵਸ ਦੇ ਮੌਕੇ ਦੇ ਉੱਤੇ ਕਮਾਂਡ ਜਿਹੜੀ ਹੈਗੀ ਹੈ ਨੌਜਵਾਨਾਂ ਨੂੰ ਸੰਭਾਲੀ ਸੀ। ਉੱਥੇ ਨੌਜਵਾਨਾਂ ਨੇ ਸਟੇਜ ਵੀ ਆਪ ਕੰਡਕਟ ਕੀਤੀ, ਲੰਗਰ ਪਾਣੀ ਵੀ ਆਪ ਤਿਆਰ ਕੀਤਾ ਜੀ, ਰੈਜੂਲੇਸ਼ਨ ਜਿਹੜੇ ਪੜ੍ਹੇ ਉਹ ਵੀ ਆਪ ਤਿਆਰ ਕੀਤੀ। ਸੀਨੀਅਰ ਲੀਡਰਸ਼ਿਪ ਬਿਲਕੁਲ ਪਾਸੇ ਹੋ ਕੇ ਰਹਿ ਗਈ ਸੀ। ਔਰ ਉਹਦੇ ਤੋਂ ਪਤਾ ਲੱਗ ਗਿਆ ਸੀਨੀਅਰ ਲੀਡਰਸ਼ਿਪ ਨੂੰ ਕਿ ਹਾਂ ਸਾਡੀ ਸੈਕੰਡ ਲਾਈਨ ਜਿਹੜੀ ਹੈ ਤਿਆਰ ਹੋ ਗਈ ਹੈ। ਇਨ ਕੇਸ ਕੱਲ ਨੂੰ ਸੈਕੰਡ ਲਾਈਨ ਦੀ ਲੀਡਰਸ਼ਿਪ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਤਾਂ ਫਿਰ ਅਗਲੀ ਕਮਾਂਡ ਸੰਭਾਲਣ ਵਾਸਤੇ ਬੀਬੀਆਂ ਤਿਆਰ ਬੈਠੀਆਂ। ਮਤਲਬ ਇਹਨੂੰ ਤੁਸੀਂ ਦੇਖੋ ਕਿ ਇਹ ਅੰਦੋਲਨ ਜਿਹੜਾ ਹੈ ਇੱਕ ਵੱਖਰੀ ਆਜ਼ਾਦੀ ਸੰਘਰਸ਼ ਆ ਗਿਆ ਜੀ। ਉਹ ਜਿਹਨੂੰ ਆਪਾਂ ਕਹਿੰਦੇ ਨੇ ਕਿ ਫਰੀडम ਸਟਰਗਲ ਵਾਲਾ, ਸਾਰੀ ਉਹ ਚੀਜ਼ ਹੂਬਹੂ ਨਜ਼ਰ ਆ ਰਹੀ। ਤੁਸੀਂ ਹੁਣ ਦੇਖੋ, ਇਸ 'ਚ ਸ਼ੁਰੂਆਤ ਹੁੰਦੀ ਹੈ ਪੰਜਾਬ ਤੋਂ। ਪੰਜਾਬ ਦੀਆਂ 32 ਜਥੇਬੰਦੀਆਂ ਦੇ ਵਿੱਚ ਭਾਗੀਦਾਰ ਹੈ। 32 ਜਥੇਬੰਦੀਆਂ ਦਾ ਘੇਰਾ ਵੱਧ ਕੇ ਫਿਰ ਇਹ ਨੈਸ਼ਨਲ ਲੈਵਲ ਦੇ ਉੱਤੇ ਜਾਂਦਾ। ਤੇ ਨੈਸ਼ਨਲ ਲੈਵਲ ਦੇ ਉੱਤੇ ਕਿੰਨੀਆਂ ਜਥੇਬੰਦੀਆਂ ਜੀ? ਪੌਣੇ 500 ਜਥੇਬੰਦੀਆਂ। ਤੇ ਪੌਣੇ 500 ਜਥੇਬੰਦੀਆਂ 100 ਦਿਨ ਤੋਂ ਉੱਪਰ ਹੋ ਗਿਆ ਜੀ, ਵੱਖ-ਵੱਖ ਬਾਰਡਰਾਂ ਤੇ ਬੈਠੀਆਂ। ਇਹ ਫਿਰ ਇਹਨੂੰ ਜਰਕਾਟੇ ਪਾਏ ਜਾ ਰਹੇ ਵੀ ਹੋਊਗਾ ਕੀ। ਉਹਨਾਂ ਨੂੰ ਇਹ ਕਿ ਗਰਮੀ ਆ ਗਈ, ਭੱਜ ਲੈਣਗੇ। ਲੇਕਿਨ ਜਿਸ ਕਿਸਮ ਦਾ ਇੰਤਜ਼ਾਮ ਹੋ ਰਿਹਾ, ਜਿਵੇਂ ਉੱਥੇ ਕੂਲਰ ਲੱਗ ਰਹੇ ਹੈ, ਜਿਵੇਂ ਉੱਥੇ ਏਸੀਆਂ ਦਾ ਪ੍ਰਬੰਧ ਹੋ ਰਿਹਾ, ਜਿਵੇਂ ਉੱਥੇ ਉਹਨਾਂ ਨੇ ਆਪਣੇ ਜਨਰੇਟਰ ਕਰ ਲਏ, ਆਪਦੀਆਂ ਪਾਣੀ ਵਾਲੇ ਪੀਣ ਵਾਲੇ ਪਾਣੀ ਦੇ ਇੰਤਜ਼ਾਮ ਕਰ ਲਏ। ਮੈਨੂੰ ਹੁਣ ਪਤਾ ਚੱਲਿਆ ਕਹਿੰਦੇ 2 ਵੱਡੇ ਆਰਓ ਦੇ ਪਲਾਂਟ ਪਹੁੰਚ ਚੁੱਕੇ ਨੇ ਉੱਥੇ। ਬਿਲਕੁਲ ਸਾਰਾ ਕੁਛ ਹੀ ਹੈ। ਇਹਦੇ ਤੋਂ ਮਤਲਬ ਹੈ ਵੀ ਕਿਸਾਨਾਂ ਨੇ ਦੱਸਤਾ ਕਿ ਲੜਾਈ ਜਿਹੜੀ ਹੈ ਲੰਬੀ ਲੜਾਂਗੇ। ਇਹ ਲੜਾਈ ਜਿਹੜੀ ਹੈਗੀ ਹੈ, ਇਹ ਵਿਚਾਲਿਓਂ ਛੱਡ ਕੇ ਅਸੀਂ ਭੱਜਣ ਵਾਲੇ ਨਹੀਂ। ਜਿਵੇਂ ਸਰਕਾਰ ਨੇ ਤੋਂ ਪਹਿਲਾਂ ਦੇਖਿਆ ਕਿ ਜਿੰਨੇ ਵੀ ਅੰਦੋਲਨ ਲੱਗੇ, ਉਹਨਾਂ ਸਾਰੇ ਅੰਦੋਲਨਾਂ ਨੂੰ ਜਰਕਾ ਰਿਹਾ ਸੀ। ਇਹ ਜਰਕਾਇਆ ਨਹੀਂ ਜਾ ਰਿਹਾ, ਤੇ ਇਹੀ ਕਾਰਨ ਹੈ ਜਿਹੜੀ ਕੌਮਾਂਤਰੀ ਜਰਕਾਇਆ ਕਿਉਂ ਨਹੀਂ ਜਾ ਸਕਿਆ ਕਿ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਨੂੰ ਹਮਾਇਤ ਮਿਲੀ ਹੈ ਤੇ ਜਿਹੜੀ ਸ਼ਨਾਖਤ ਹੋਈ ਹੈ, ਚਾਹੇ ਉਹ UNO ਦਾ ਹਿਊਮਨ ਰਾਈਟਸ ਵਿੰਗ ਹੋਵੇ, ਚਾਹੇ ਉਹ ਇੰਗਲੈਂਡ ਦੀ ਪਾਰਲੀਮੈਂਟ ਹੋਵੇ, ਆਸਟ੍ਰੇਲੀਆ ਨਿਊਜ਼ੀਲੈਂਡ ਦੀ ਪਾਰਲੀਮੈਂਟ ਹੋਵੇ, ਚਾਹੇ ਤੁਹਾਡਾ ਕੈਨੇਡਾ ਦੀ ਸਰਕਾਰ ਦਾ ਹੋਵੇ, ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਹਮਾਇਤ ਹੋਵੇ। ਇਹ ਸਾਰੀਆਂ ਚੀਜ਼ਾਂ ਦੇਖ ਕੇ ਤੇ ਇਉਂ ਲੱਗਦਾ ਕਿ ਇਹ ਅੰਦੋਲਨ ਜਿਹੜਾ ਹੈਗਾ ਪੂਰਾ ਸਿਖਰ ਤੇ ਜਾਊਗਾ। ਔਰ ਅੱਜ ਦਾ ਜਿਹੜਾ ਇਹ ਔਰਤਾਂ ਨੇ ਫਰੰਟ ਸੰਭਾਲਿਆ ਹੈ, ਹੁਣ ਤਾਂ ਕੋਈ ਗੁੰਜਾਇਸ਼ ਨਹੀਂ ਰਹੀ, ਸ਼ੱਕ ਕਰਨ ਦੀ ਤਾਂ ਕੋਈ ਗੁੰਜਾਇਸ਼ ਨਹੀਂ ਰਹੀ। ਹੁਣ ਤਾਂ ਜਿੰਨੀ ਮੈਚਿਓਰਿਟੀ ਹਾਸਲ ਕਰ ਲਈ ਹੈ, ਔਰ ਵੱਡੀ ਗੱਲ ਇਹ ਹੈ ਕਿ ਸਰਕਾਰ ਨੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਹਰਬੇ ਸਾਰੇ ਵਰਤ ਲਈ। ਇੰਟੈਲੀਜੈਂਸ ਬਿਊਰੋ ਵਰਤ ਲਈ, ਇਹਨਾਂ ਨੇ ਦਿੱਲੀ ਪੁਲਿਸ ਵਰਤ ਲਈ, ਇਹਨਾਂ ਨੇ ਰਸਤੇ ਰੋਕ ਕੇ ਲਾਲ ਕਿਲੇ ਵਾਲੇ ਪਾਸੇ ਨੂੰ ਕਰ ਲਿਆ, ਬਸਕੂਏ ਸਾਰੇ ਲਾ ਕੇ ਦੇਖ ਲਏ, ਸਭ ਕੁਝ ਕਰਕੇ ਦੇਖ ਲਿਆ ਇਹਨਾਂ ਨੇ। ਇੱਥੋਂ ਤੱਕ ਕਿ ਜਿਹੜੇ ਅੰਦੋਲਨ ਦੇ ਹਮੈਤੀ ਹੈ, ਹਮੈਤੀਆਂ ਨੂੰ ਇਨਕਮ ਟੈਕਸ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ, ਉਹ ਵੀ ਆਪਦਾ ਜਵਾਬ ਦੇ ਜਾਂਦੇ। ਹੁਣ ਜਿਹੜਾ ਸਭ ਤੋਂ ਵੱਡਾ ਅਟੈਕ ਕੀਤਾ ਹੈ ਕਿ ਜਿਹੜੀ 24,000 ਕਰੋੜ ਰੁਪਈਆ ਕਿਸਾਨੀ ਨੂੰ ਦੇਣਾ ਕਣਕ ਦੀ ਖਰੀਦ ਬਦਲੇ, ਉਹਦੇ ਵਿੱਚ ਵੀ ਉਹਨੂੰ ਡਿਸਟਰਬੈਂਸ ਕਰਨ ਵਾਸਤੇ ਕਹਿੰਦੇ ਜੀ ਅਸੀਂ ਤਾਂ ਥਰੂ ਟਰਮਸ ਐਂਡ ਕੰਡੀਸ਼ਨਸ ਲਾਤੀਆਂ ਕਿ ਆੜਤੀਆਂ ਰਾਹੀਂ ਨਹੀਂ ਸਿੱਧਾ ਦੇਵਾਂਗੇ। ਨਾਲ ਫਰਦਾਂ ਮੰਗ ਲਈਆਂ ਜੀ, ਜਿਹੜੀਆਂ ਨਾਲ ਫਰਦਾਂ ਮੰਗੀਆਂ। ਫਰਦਾਂ ਮੰਗਣ ਤੋਂ ਬਾਅਦ ਇਹ ਹੈ ਕਿ ਥੋੜਾ ਸਾਰਾ ਰਿਕਾਰਡ ਜਿਹੜਾ ਹੈਗਾ ਉਹਨਾਂ ਨੇ ਆਪਣੇ ਹਿੱਸੇ ਦੇ ਵਿੱਚ ਲੈ ਕੇ ਕੌਣ ਖੇਤੀਬਾੜੀ ਕਰਦਾ, ਕੌਣ ਨਹੀਂ ਕਰਦਾ। ਕੱਲ ਨੂੰ ਕੋਈ ਨਵਾਂ ਕਾਨੂੰਨ ਬਣਾ ਸਕਦੇ ਕਿ ਜਿਹੜੇ ਖੇਤੀ ਨਹੀਂ ਕਰਦੇ ਫਿਰ ਉਹਨਾਂ ਦੀਆਂ ਜ਼ਮੀਨਾਂ ਲੈ ਲਓ। ਜਿਵੇਂ ਕਿ ਆਪਾਂ ਦੇਖੀਏ 40% ਤਾਂ ਲੋਕ ਉਹ ਹੈ
ਜਿਹੜੇ ਠੇਕੇ ਤੇ ਖੇਤੀਬਾੜੀ ਕਰਦੇ ਬਿਲਕੁਲ ਉਹ ਕੁਝ ਲੋਕ ਉਹ ਹੈ ਜਿਹੜੇ ਤੁਹਾਡੇ ਸਾਡੇ ਵਰਗੇ ਸ਼ਹਿਰਾਂ 'ਚ ਰਹਿੰਦੇ ਹੈ, ਹੋਰ ਕੰਮ ਕਰਦੇ ਹੈ। ਕੁਝ ਲੋਕ ਉਹ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ। ਸੋ ਉਹ ਤਿਆਰੀ ਉਹ ਵੀ ਪੂਰੀ ਕਰੀ ਜਾਂਦੇ ਇਹਨੂੰ ਅੰਦੋਲਨ ਨੂੰ ਫੇਲ ਕਰਨ ਵਾਸਤੇ। ਲੇਕਿਨ ਪੇਸ਼ਬੰਦੀਆਂ ਜਿਹੜੀਆਂ ਕਿਸਾਨ ਲੀਡਰਸ਼ਿਪ ਨੇ ਕੀਤੀਆਂ ਉਹ ਆਪਣੇ ਆਪ ਦੇ ਵਿੱਚ ਵਿਸ਼ਾਲ ਹੈ। ਔਰ ਸਲਾਮ ਹੈ ਇਹਨਾਂ ਬੀਬੀਆਂ ਨੂੰ, ਇਹਨਾਂ ਬੀਬੀਆਂ ਨੇ ਅੱਜ ਕਮਾਂਡ ਸੰਭਾਲ ਕੇ ਫਿਰ ਸਾਨੂੰ ਉਹ ਯੁੱਗ ਯਾਦ ਕਰਵਾ ਦਿੱਤਾ ਜਦੋਂ ਮਾਈ ਭਾਗੋ ਨੇ ਬੇਦਾਵਾ ਦੇ ਗਏ ਸਿੰਘਾਂ ਨੂੰ ਲਲਕਾਰਿਆ ਸੀ, ਉਹਨਾਂ ਦੀ ਗੈਰਤ ਨੂੰ ਵੰਗਾਰਿਆ ਸੀ ਤੇ ਕਿਹਾ ਸੀ ਆ ਲਓ ਚੂੜੀਆਂ ਤੁਸੀਂ ਪਾਓ ਤੇ ਤਲਵਾਰਾਂ ਸਾਨੂੰ ਫੜਾਓ, ਅਸੀਂ ਜਾਣੀਆਂ। ਉਹ ਖਿਦਰਾਣੇ ਦੀ ਢਾਬ ਦੇ ਉੱਤੇ ਜਿਹੜੀ ਜੰਗ ਹੋਈ ਹੈ ਉਹ ਜੰਗ ਜਿਹੜਾ ਹੈਗਾ ਜਿਹੜਾ ਉਹ ਇਤਿਹਾਸ ਗੁਰੂ ਸਾਹਿਬ ਨੇ ਲਿਖਿਆ ਸੀ, ਅੱਜ ਵੀ ਉਹ ਇਤਿਹਾਸ ਜਿਹੜਾ ਹੈਗਾ ਮੁੜ ਸੁਰਜੀਤ ਹੋ ਰਿਹਾ ਹੈ ਜੀ। ਤੇ ਢਿੱਲੋਂ ਸਾਹਿਬ ਬੜੇ ਦੁੱਖ ਦੀ ਗੱਲ ਹੈ, ਦੇਖੋ ਹਰ ਬੰਦਾ ਕਮਜ਼ੋਰ ਵੀ ਹੁੰਦਾ ਮਨ ਦੇ ਵਿੱਚ, ਉੱਥੇ ਨਿਰਾਸ਼ਾ ਵੀ ਆਉਂਦੀ ਹੈ ਜੇ ਕੋਈ ਗੱਲ ਸਿਰੇ ਲੱਗਦੀ ਨਾ ਦੱਸੇ। ਇੰਨਾ ਤਾਂ ਕੋਈ ਵੀ ਬੰਦਾ ਤੁਸੀਂ ਸਿਆਣੇ ਦਿਲ ਦਾ ਪੱਕਾ ਨਹੀਂ ਹੁੰਦਾ। ਪਰ ਕਿਸਾਨ ਅੰਦੋਲਨ ਵਾਲੇ ਸਥਲ ਦੇ ਉੱਤੇ ਕੱਲ੍ਹ ਵੀ ਇੱਕ ਸਾਡੇ ਹਰਿਆਣੇ ਦੇ ਬਹਾਦਰਗੜ੍ਹ ਦੇ ਨੇੜਲੇ ਇੱਕ ਜਵਾਨ ਨੇ ਖੁਦਕੁਸ਼ੀ ਕਰ ਲਈ। ਬਿਲਕੁਲ ਜੀ, ਉਮਰ ਹੈ 49 ਸਾਲ ਤੇ ਨਾਂ ਹੈ ਰਾਜਵੀਰ ਜੀ। ਹਰਿਆਣੇ ਦੇ ਰਹਿਣ ਵਾਲੇ ਸੀ, ਤੁਸੀਂ ਦੱਸ ਹੀ ਦਿੱਤਾ ਹੈ। ਇਹਨਾਂ ਨੇ ਕੱਲ੍ਹ ਟਿੱਕਰੀ ਬਾਰਡਰ ਤੋਂ 7 ਕਿਲੋਮੀਟਰ ਪਾਸੇ ਇੱਕ ਦਰਖਤ ਨਾਲ ਲਟਕ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ, ਫਾਹਾ ਲਿਆ। ਉਹਨਾਂ ਦੇ ਕੋਲੋਂ ਕਬਜ਼ੇ ਦੇ ਵਿੱਚੋਂ 2 ਪੰਨਿਆਂ ਦੀ ਚਿੱਠੀ ਬਰਾਮਦ ਹੋਈ ਹੈ ਜੀ, ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਆਪਣਾ ਬਿਰਤਾਂਤ ਲਿਖਿਆ ਹੈ। ਕਿਉਂਕਿ ਇੱਕ ਗੱਲ ਤਾਂ ਦਾਨੇਵਾਲੀਆ ਸਾਹਿਬ ਸਾਡੇ ਲਈ ਇਹ ਅਫਸੋਸਨਾਕ ਪਹਿਲੂ ਹੈ ਕਿ ਸਾਡੇ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਸਾਡੇ ਬੰਦੇ ਇਸ ਤਰ੍ਹਾਂ ਕੁਰਬਾਨ ਕਰੀ ਜਾਂਦੇ ਹੈ ਜੀ। ਵਾਰ-ਵਾਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਹਨਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਲੜਾਈ ਮੈਦਾਨ 'ਚ ਲੜਨੀ ਹੈ ਜੀ, ਆਪਾਂ ਮਰਨਾ ਨਹੀਂ, ਲੜਾਈ ਛੱਡ ਕੇ ਭੱਜਣਾ ਨਹੀਂ। ਅਸੀਂ ਵੀ, ਤੁਸੀਂ ਵੀ, ਹੋਰ ਸਾਡੇ ਵਰਗੇ ਸੱਜਣ ਮਿੱਤਰ ਜਿਹੜੇ ਹੋਰ ਆ, ਅਸੀਂ ਵੀ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਬੁਜ਼ਦਲੀ ਨਹੀਂ ਦਿਖਾਉਣੀ ਚਾਹੀਦੀ। ਪਰ ਮੈਂ ਇਹਨੂੰ ਬੁਜ਼ਦਲੀ ਨਹੀਂ ਕਹੂੰਗਾ। ਕਈ ਵਾਰੀ ਤੁਸੀਂ ਹੁੰਦੇ ਕਿ ਬੰਦਾ ਜਿਹੜਾ ਹੈਗਾ ਇੰਨਾ ਜ਼ਿਆਦਾ ਭਾਵਕ ਹੋ ਜਾਂਦਾ ਜਾਂ ਉਤੇਜਿਤ ਹੋ ਜਾਂਦਾ ਜੀ ਜੀ ਕਿ ਉਹ ਫਿਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਦਾ। ਹੁਣ ਇਹਦੇ 'ਚ ਦਾਨੇਵਾਲੀਆ ਸਾਹਿਬ ਜਿਹੜੇ ਸਾਡੇ ਨਾਇਕ ਹੈ ਜੀ, ਤੁਸੀਂ ਦੇਖੋ ਕਿ ਚਾਹੇ ਸਿੰਘੂ ਦਾ ਮੋਰਚਾ ਹੈ, ਚਾਹੇ ਟਿੱਕਰੀ ਦਾ ਮੋਰਚਾ ਹੈ, ਉਸ ਮੋਰਚੇ ਦੇ ਵਿੱਚ ਜਦੋਂ ਵਾਰਾਂ ਲੱਗਦੀਆਂ ਜੀ, ਜਦੋਂ ਕੁਰਬਾਨੀਆਂ ਦਾ ਜ਼ਿਕਰ ਹੁੰਦਾ ਹੈ ਤੇ ਉਹਦੇ ਵਿੱਚ ਸਾਡੀਆਂ ਤਾਂ ਜੇ ਅਸੀਂ ਵਾਰਾਂ ਦੀ ਗੱਲ ਕਰੀਏ ਤਾਂ ਸਾਹਿਬਜ਼ਾਦਿਆਂ ਦੀਆਂ ਵਾਰਾਂ ਆਉਂਦੀਆਂ, 5 ਪਿਆਰਿਆਂ ਦੀਆਂ ਵਾਰਾਂ ਆਉਂਦੀਆਂ, ਸਾਰਾ ਕੁਛ ਆਉਂਦਾ ਗੁਰੂਆਂ ਦਾ ਜਿਹੜੀਆਂ ਕੁਰਬਾਨੀਆਂ ਦਿੱਤੀਆਂ। 5ਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀ, ਗੁਰੂ ਅਰਜਨ ਦੇਵ ਜੀ ਤੋਂ। ਗੁਰੂ ਅਰਜਨ ਦੇਵ ਜੀ ਹੋ ਗਏ, ਗੁਰੂ ਤੇਗ ਬਹਾਦਰ ਜੀ ਹੋ ਗਏ, ਤੇ 10ਵੇਂ ਪਾਤਸ਼ਾਹ ਨੇ ਤਾਂ ਰੱਖਿਆ ਹੀ ਕੁਛ ਕੋਲੇ ਨਹੀਂ ਸੀ, ਸਭ ਕੁਛ ਹੀ ਕੁਰਬਾਨ ਕਰਤਾ ਸੀ। ਉਹਦਾ ਫਿਰ ਲੋਕਾਂ ਦੇ ਮਨਾਂ ਤੇ ਵੀ ਅਸਰ ਹੁੰਦਾ ਹੈ ਜੀ। ਇਸ ਸ਼ਖਸ ਨੇ ਵੀ ਜਿਹੜੀ ਚਿੱਠੀ ਲਿਖੀ ਹੈ 2 ਪੇਜਾਂ ਦੀ, ਉਹਦੇ ਵਿੱਚੋਂ ਕੀ ਲਿਖਦਾ ਹੈ? ਉਹਦੇ ਵਿੱਚੋਂ ਲਿਖਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ ਜੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੋਕਾਂ ਨੂੰ ਇੱਕ ਗੁਲਾਮ ਦੇਸ਼ ਦੀ ਬਜਾਏ ਆਜ਼ਾਦ ਦੇਸ਼ ਲੋਕਾਂ ਦੇ ਸਪੁਰਦ ਕਰਨ ਲਈ ਆਪਣਾ ਆਪ ਕੁਰਬਾਨ ਕੀਤਾ ਸੀ। ਜੀ ਜੀ। ਉਹ ਕਹਿੰਦਾ ਮੇਰੇ ਕਿਸਾਨ ਭਰਾ ਲੜ ਰਹੇ ਹੈ ਤੇ ਮੈਂ ਉਹਨਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਦਾ ਜੀ। ਸ਼ਹੀਦ ਆਜ਼ਮ ਭਗਤ ਸਿੰਘ ਦਾ ਹਵਾਲਾ ਦਿੱਤਾ ਹੈ, ਜਿਸ ਸ਼ਹੀਦ ਆਜ਼ਮ ਦੀ ਕਸਮ ਹਰ ਜਿਹੜਾ ਹੈਗਾ ਪੋਲੀਟੀਸ਼ੀਅਨ ਖਾਂਦਾ ਹੈ। ਬਿਲਕੁਲ। ਆਪਣੇ ਆਪ ਨੂੰ ਜਦੋਂ ਸ਼ਹੀਦ ਆਜ਼ਮ ਦਾ ਜਨਮ ਦਿਨ ਆਉਂਦਾ ਹੈ, ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਵਸ ਆਉਂਦਾ ਹੈ, ਉਦੋਂ ਚਾਹੇ ਨਰਿੰਦਰ ਮੋਦੀ ਹੋਵੇ, ਚਾਹੇ ਡਾਕਟਰ ਮਨਮੋਹਨ ਸਿੰਘ ਹੋਵੇ, ਸੋਨੀਆ ਗਾਂਧੀ ਹੋਵੇ, ਅਰਵਿੰਦ ਕੇਜਰੀਵਾਲ ਹੋਵੇ, ਅਮਰਿੰਦਰ ਸਿੰਘ ਹੋਵੇ, ਕੋਈ ਵੀ ਹੋਵੇ ਜੀ, ਉਹ ਸ਼ਹੀਦਾਂ ਨੂੰ ਨਮਨ ਕਰਦਾ ਹੀ ਕਰਦਾ, ਸ਼ਹੀਦਾਂ ਦਾ ਜ਼ਿਕਰ ਕਰਦਾ, ਅਹਿਦ ਵੀ ਕਰਦਾ ਹੈ ਕਿ ਜੇ ਅਸੀਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ। ਲੇਕਿਨ ਸ਼ਹੀਦਾਂ ਨੇ ਜਿਹੜੀ ਗੱਲ ਸੋਚੀ ਸੀ ਉਹ ਤਾਂ ਨਹੀਂ ਹੋਇਆ। ਔਰ ਅੱਜ ਨਤੀਜਾ ਕੀ ਹੈ ਕਿ ਜਿਹੜੇ ਉਹਨਾਂ ਦੇ ਵਾਰਸ ਹੈ, ਉਹਨਾਂ ਦੇ ਵਾਰਸਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਲੜਾਈ ਲੜੀ ਸੀ ਜੀ, ਤੇ ਜਦੋਂ ਉਹਨਾਂ ਨੂੰ ਫਾਂਸੀ ਦੇਣ ਦਾ ਵਕਤ ਆਇਆ ਸੀ, ਉਹਨਾਂ ਨੇ ਫਾਂਸੀ ਇਸ ਕਰਕੇ ਪ੍ਰਵਾਨ ਕੀਤੀ ਸੀ, ਅਗਰ ਉਹ ਚਾਹੁੰਦੇ, ਜਿਵੇਂ ਕਿ ਉਹਨਾਂ ਨੂੰ ਪੇਸ਼ਕਸ਼ ਵੀ ਕੀਤੀ ਗਈ ਸੀ ਕਿ ਜੇ ਮਾਫੀ ਮੰਗ ਲੈਣ ਤਾਂ ਉਹਨਾਂ ਦੀ ਜਾਨ ਬਖਸ਼ੀ ਕੀਤੀ ਜਾ ਸਕਦੀ ਹੈ। ਲੇਕਿਨ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਆਪਣੀ ਜਾਨ ਬਖਸ਼ਾ ਲਈ ਤਾਂ ਇਹਦਾ ਨਤੀਜਾ ਕੀ ਹੋਊਗਾ ਜੀ। ਨਤੀਜਾ ਇਹ ਹੋਊਗਾ ਕਿ ਜਿਹੜਾ ਸਾਡਾ ਮੈਸੇਜ ਆ ਉਹ ਨਹੀਂ ਜਾਣਾਗਾ। ਉਹ ਮੈਸੇਜ ਇਹ ਸੀ ਕਿ ਅੰਗਰੇਜ਼ ਹਕੂਮਤ ਇੰਨੀ ਜ਼ਾਲਮ ਹੈ, ਇਹ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਇਹ ਵੀ ਇਸ ਤਰ੍ਹਾਂ ਮਤਲਬ ਜਿਹੜਾ ਹੈਗਾ ਫਾਹੇ ਵੀ ਦੇ ਸਕਦੀ ਜੀ। ਤੇ ਜਿਸ ਢੰਗ ਦੇ ਨਾਲ ਲਾਹੌਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤਾ ਗਿਆ, ਜਿਵੇਂ ਉਹਨਾਂ ਦੇ ਸਰੀਰਾਂ ਦਾ ਅੱਧ ਜਲਿਆਂ ਨੂੰ ਸਤਲੁਜ ਦੇ ਦਰਿਆ ਦੇ ਵਿੱਚ ਸੁੱਟਿਆ ਗਿਆ, ਉਹਦੇ ਤੋਂ ਬਾਅਦ ਤੁਸੀਂ ਦੇਖੋ ਫਿਰ ਇੱਕਦਮ ਜੰਗੇ ਆਜ਼ਾਦੀ ਦੀ ਜਿਹੜੀ ਹੈ ਚਿੰਗ ਉਹ ਕਿਵੇਂ ਫੈਲੀ ਸੀ ਸਾਰੀ ਉਹਦੇ 'ਚ। ਇਹਦੇ 'ਚ ਵੀ ਇਹਨੇ ਰਾਮਵੀਰ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ। ਇਹਨਾਂ ਨੇ ਕਿਹਾ ਕਿ ਕਿਸਾਨ ਆਗੂ ਉਹ ਬੇਨਤੀ ਇਹ ਹੈ ਕਿ ਜਾਇਓ ਨਾ, ਇੱਥੇ ਡਟੇ ਰਹੋ ਜਿੰਨੀ ਦੇਰ ਤੱਕ 3 ਕਾਨੂੰਨ ਜਿਹੜੇ ਆ ਵਾਪਸ ਨਹੀਂ ਹੁੰਦੇ, ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਵਾਪਸ ਲੈਣੇ ਜ਼ਰੂਰੀ ਹੈ। ਜਿੰਨੀ ਦੇਰ ਤੱਕ MSP ਨਹੀਂ ਮਿਲਦੀ,
ਅਗਲੀ ਗੱਲ ਜਿਹੜੀ ਹੈਗੀ ਹੈ, ਇਹ ਸਰਕਾਰਾਂ ਦੇ ਲਈ ਵੀ ਕਲਾਂਤ ਹੈ ਜੀ, ਬਿਲਕੁਲ ਬਹੁਤ ਵੱਡੀ ਲਾਂਤ ਤੁਸੀਂ ਹੈ ਉਹਨੇ ਜੀ। ਦੇਖੋ ਕਿ ਨਰਿੰਦਰ ਮੋਦੀ ਸਾਹਿਬ ਚੋਣ ਪ੍ਰਚਾਰ ਵਾਸਤੇ ਅਸਾਮ 'ਚ ਵੀ ਜਾ ਰਹੇ ਹੈ, ਉਹ ਬੰਗਾਲ 'ਚ ਵੀ ਜਾ ਰਹੇ ਆ, ਪੁਡੂਚੇਰੀ 'ਚ ਵੀ ਜਾ ਰਹੇ ਹੈ ਜੀ। ਲੇਕਿਨ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਜਿਹੜੇ ਹੈਗੇ ਲਗਭਗ 250 ਬੰਦਿਆਂ ਦੀ ਤਾਂ ਮਤਲਬ ਆਈ ਗਈ ਹੈ, 250 ਬੰਦਿਆਂ ਦੀ ਲਿਸਟ ਆ ਗਈ ਹੈ। ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜਾਨਾਂ ਕੁਰਬਾਨ ਹੋ ਗਈਆਂ। ਇੰਨੇ ਬੰਦਿਆਂ ਦੀ ਮੌਤ ਹੋਣ ਦੇ ਬਾਵਜੂਦ ਵੀ ਕੇਂਦਰ ਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਜ਼ਾਲਮਨ ਇੰਨਾ ਵੀ ਬੰਦਾ ਕੋਈ ਸੰਵੇਦਨਹੀਨ ਹੋ ਸਕਦਾ ਹੈ। ਸੰਵੇਦਨਹੀਨਤਾ ਦੀ ਇਹ ਹੱਲ ਕਿ ਅੰਨਦਾਤਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ 250 ਉਸ ਪਰਿਵਾਰ ਦਾ ਮੈਂਬਰ ਮਰ ਗਿਆ। ਤੇ ਜੇ ਅਸੀਂ ਦੇਖੀ ਅੰਨਦਾਤਿਆਂ ਦਾ ਸਾਰਾ ਹਿਸਾਬ ਕਿਤਾਬ ਲਾ ਕੇ ਦੇਖੀ ਤੇ ਸਰਹੱਦਾਂ ਦੇ ਉੱਤੇ ਵੀ ਜਿਹੜਾ ਰੋਜ਼ ਠੂਠਾ ਹੁੰਦੀ ਹੈ, ਹਰ ਦੂਜੇ ਚੌਥੇ ਦਿਨ ਮਗਰੋਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਡੈੱਡ ਬੋਡੀਜ਼ ਆਉਂਦੀਆਂ ਤਿਰੰਗੇ ਦੇ ਵਿੱਚ ਲਪੇਟੀਆਂ ਹੋਈਆਂ, ਪਿਓ ਬੈਠਾ ਹੁੰਦਾ ਹੈ ਬਾਰਡਰ ਦੇ ਉੱਤੇ ਤੇ ਉਧਰੋਂ ਪੁੱਤ ਉੱਥੇ ਸ਼ਹਾਦਤ ਦਿੰਦਾ ਹੁੰਦਾ ਹੈ। ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ ਸੀ, ਔਰ ਉਸ ਨਾਅਰੇ ਨੂੰ ਅਸੀਂ ਛੱਡਿਆ ਨਹੀਂ, ਅਸੀਂ ਅੱਜ ਵੀ ਮੰਨਦੇ ਹਾਂ। ਲਾਲ ਬਹਾਦਰ ਸ਼ਾਸਤਰੀ ਉਹਨੇ ਨਾਅਰਾ ਦਿੱਤਾ ਸੀ, ਲੇਕਿਨ ਮੋਦੀ ਸਾਹਿਬ ਦੀ ਸਰਕਾਰ ਪਸੀਜਦੀ ਕਿਉਂ ਨਹੀਂ? ਆਪਾਂ ਦੇਖਦੇ ਹਾਂ, ਜਦੋਂ ਅਸੀਂ ਬਹਿਣ ਦੇਖਦੇ ਹਾਂ, ਜਦੋਂ ਉਸ ਬੰਦੇ ਨੂੰ ਲਟਕਦਾ ਦੇਖਦੇ ਹਾਂ, ਪੱਥਰ ਦਿਲ ਤੋਂ ਪੱਥਰ ਦਿਲ ਵੀ ਜਿਹੜਾ ਹੈਗਾ ਉਹ ਕੰਬ ਜਾਂਦਾ ਹੈ, ਉਹ ਵੀ ਪਿਘਲ ਜਾਂਦਾ ਹੈ। ਪਰ ਇਹ ਪਿਘਲ ਨਹੀਂ ਰਹੇ। ਔਰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਮਿਲ ਕੇ ਜਿਹੜੀ ਉਹਨਾਂ ਨੇ ਆਪਣੀ ਗੱਲ ਕੀਤੀ ਹੈ, ਮੇਰੇ ਖਿਆਲ ਮੁਤਾਬਕ ਇਹ ਰਾਹ ਸਹੀ ਨਹੀਂ ਹੈ। ਲੇਕਿਨ ਜਿਹੜੀ ਉਹਨਾਂ ਦੀ ਭਾਵਨਾ ਹੈ, ਜਿਹੜਾ ਉਹਨਾਂ ਦੇ ਅੰਦਰੋਂ ਜਜ਼ਬਾ ਹੈ ਜੀ, ਉਹ ਜਜ਼ਬੇ ਨੂੰ ਜ਼ਰੂਰ ਸਲਾਮ ਕਰਨਾ ਪੈਂਦਾ ਕਿ ਉਹ ਉਹਨੇ ਕਿਹਾ, ਦਲੀਲ ਦਿੱਤੀ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿਹਾ ਸੀ ਮੈਂ ਦੇਸ਼ ਦੀ ਖਾਤਰ ਕੁਰਬਾਨ ਹੋ ਰਿਹਾ, ਤੇ ਉਹਨਾਂ ਨੇ ਕਿਹਾ ਮੈਂ ਕਿਸਾਨੀ ਦੀ ਖਾਤਰ ਕੁਰਬਾਨ ਹੋ ਰਿਹਾ। ਜੀ ਜੀ, ਤੁਸੀਂ ਗੱਲ ਕੀਤੀ ਸੀ ਢਿੱਲੋਂ ਸਾਹਿਬ ਵੀ ਕਿਤੇ ਬੰਗਾਲ ਜਾ ਰਹੇ ਆ, ਕਿਤੇ ਜਾ ਰਹੇ ਆ। ਹੁਣ ਤਾਂ ਮੈਨੂੰ ਪਤਾ ਚੱਲਿਆ ਵੀ ਹਵਾਈ ਜਹਾਜ਼ ਤੇ ਵੀ ਟਾਕੀ ਫੇਰ ਮਾਰ ਲਈ ਹੈ। ਪੁਰਤਗਾਲ ਤੇ ਹੋਰ ਦੇਸ਼ਾਂ ਨੂੰ ਵੀ ਜਨਾਬ ਹੋਰੀ ਚੱਲੇ ਨੇ ਜੀ। ਪਰ ਕਹਿੰਦੇ ਬੰਗਾਲ ਗਏ, ਪਰ ਉਮੀਦਾਂ ਬੜੀਆਂ ਹੁੰਦੀਆਂ ਇਹਨਾਂ ਨੂੰ ਵੀ ਮੈਂ ਤਾਂ ਪਤਾ ਨਹੀਂ ਕੀ ਕਰ ਆਊਂਗਾ ਇੱਕ ਵਾਰੀ ਜਾ ਕੇ। ਕਹਿੰਦੇ ਬੰਗਾਲ 'ਚ ਆਸ ਨੂੰ ਬੂਰ ਨਹੀਂ ਪਿਆ। ਦੇਖੋ, ਕੱਲ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਹੋਈ ਹੈ ਬਰਗੇਡ ਮੈਦਾਨ ਦੇ ਵਿੱਚ ਜੀ, ਉਸ ਰੈਲੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਮੁੱਚਾ ਜਿਹੜਾ ਹੈਗਾ ਗੋਦੀ ਮੀਡੀਆ ਲੱਗਿਆ ਹੋਇਆ ਸੀ ਜੀ। ਕੁਝ ਦਿਨ ਪਹਿਲਾਂ ਇੱਕ ਹੋਰ ਰੈਲੀ ਵੀ ਹੋਈ ਸੀ ਉੱਥੇ, ਜਿਹੜੀ ਰੈਲੀ ਲੈਫਟ ਤੇ ਕਾਂਗਰਸ ਦੀ ਸੀ ਜੀ। ਇੰਡੀਅਨ ਸੈਕੂਲਰ ਫਰੰਟ ਦੇ ਵੀ ਉਹਦੇ ਵਿੱਚ ਲੋਕ ਸ਼ਾਮਲ ਸੀ ਜੀ। ਉਹ ਰੈਲੀ ਹੈ ਜਿਹੜੀ ਉਹਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਭਾਵੇਂ ਗੋਦੀ ਮੀਡੀਆ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜੀ, ਲੇਕਿਨ ਨਾ ਸਿਰਫ ਭਾਰਤ, ਦੁਨੀਆ ਦੇ ਵਿੱਚ ਇਹ ਮੈਸੇਜ ਗਿਆ ਕਿ ਅਜੇ ਤੱਕ ਉਹ ਤਿਰਾਂ ਜਿਉਂਦ ਗਏ। ਔਰ ਲੱਖਾਂ ਦੀ ਤਾਦਾਦ ਦੇ ਵਿੱਚ ਬ੍ਰਿਗੇਡ ਮੈਦਾਨ ਦੇ ਵਿੱਚ ਲੋਕ ਇਕੱਠੇ ਹੋਏ ਜੀ। ਉਹਦੇ ਤੋਂ ਇਹ ਪਹਿਲਾਂ ਇਹ ਲੱਗਦਾ ਸੀ ਕਿ ਲੜਾਈ ਜਿਹੜੀ ਹੈਗੀ ਹੈ 2 ਧਿਰੀ ਹੈ ਜੀ, ਤੇ ਹੁਣ ਪਤਾ ਲੱਗਿਆ ਕਿ ਲੜਾਈ 3 ਧਿਰੀ ਹੈ। ਕੱਲ ਜਿਹੜੀ ਰੈਲੀ ਸੀ ਤੇ ਉਸ ਰੈਲੀ ਨੂੰ ਜੇ ਆਪਾਂ ਉਹਦੇ ਨਾਲ ਕੰਪੇਅਰ ਕਰੀਏ ਜੀ, ਮੈਂ ਸਵੇਰੇ ਇੱਕ ਟੀਵੀ ਚੈਨਲ ਤੇ ਦੇਖ ਰਿਹਾ ਸੀ, ਡਿਜੀਟਲ ਚੈਨਲ ਸੀ, ਉਹਦੇ ਉੱਤੇ ਇਹ ਦਰਸਾਇਆ ਜਾ ਰਿਹਾ ਸੀਗਾ ਜੀ ਵੀ ਤੁਸੀਂ ਦੇਖੋ ਹੋ ਕੀ ਰਿਹਾ। ਉਹਨਾਂ ਨੇ ਏਰੀਅਲ ਸਰਵੇ ਕੀਤਾ ਹੈ ਜੀ। ਜਦੋਂ ਆਪਾਂ ਸਟੇਜ ਤੋਂ ਖੜ ਕੇ ਤਸਵੀਰਾਂ ਖਿੱਚਦੇ ਆ, ਵੀਡੀਓ ਬਣਾਉਣੇ ਆ, ਉਦੋਂ ਦੂਰ ਤੱਕ ਜਦੋਂ ਇੱਕ ਲੰਬਾ ਬਣਾਇਆ ਹੁੰਦਾ ਐ ਲੱਗਦਾ ਪਤਾ ਨਹੀਂ ਕੀ ਹੋ, ਕਿੰਨਾ ਸਿਰ ਨਾਲ ਸਿਰ ਜੁੜ ਜਾਂਦਾ। ਕਿਉਂਕਿ ਜਿੱਥੋਂ ਜਿਹੜਾ ਉਹਨਾਂ ਨੂੰ ਮੰਚ ਬਣਾ ਕੇ ਦਿੱਤਾ ਹੁੰਦਾ ਪ੍ਰਾਈਮ ਮਿਨਿਸਟਰ ਦੇ ਦੌਰੇ ਵੇਲੇ ਜੀ, ਤੇ ਮੈਨੇਜਮੈਂਟ ਵੀ ਹੁੰਦੀ ਹੈ ਕਿ ਤੁਸੀਂ ਐਂ ਦਿਖਾਉਣਾ ਜੀ ਸਿਰ ਹੀ ਸਿਰ ਹੈ। ਹਾਂ, ਉਹ ਸਿਰ ਹੀ ਸਿਰ ਕਿਉਂਕਿ ਕੈਮਰਾ ਟੈਕਨੀਕ ਹੈ ਨਾ, ਸਾਨੂੰ ਪਤਾ ਇਹਨਾਂ ਚੀਜ਼ਾਂ ਦਾ। ਹਾਂ, ਤੁਹਾਨੂੰ ਪਤਾ। ਪਰ ਜਿਹੜੀ ਏਰੀਅਲ ਸਰਵੇ ਦਿਖਾਇਆ, ਤੇ ਏਰੀਅਲ ਸਰਵੇ ਦੇ ਵਿੱਚ ਹੈ ਕਿ ਪ੍ਰਧਾਨ ਮੰਤਰੀ ਜਦੋਂ ਬੋਲ ਰਹੇ ਆ, ਮੈਦਾਨ ਦਾ ਕਾਫੀ ਵੱਡਾ ਹਿੱਸਾ ਉਹ ਖਾਲੀ ਪਿਆ ਤੇ ਲੋਕ ਜਾ ਰਹੇ। ਨਾਲੇ ਉਹ ਜਿਵੇਂ ਕਲਰੀ ਪਈ ਹੁੰਦੀ ਐ, ਉੱਤੋਂ ਤਾਂ ਐ ਪੱਧਰਾ ਦਿੰਦਾ ਵੀ ਖੇਤ ਬੜਾ ਵਧੀਆ, ਪਰ ਜਦੋਂ ਉੱਤਰੋਂ ਦੀ ਨਹੀਂ ਫੇਰ ਹੀ ਪਤਾ ਲੱਗਦਾ ਨਾ ਕਣਕ ਕਿੰਨੀ ਵਿਰਲੀ ਹੈ। ਕਲਰੀ ਤੋਂ ਪਤਾ ਲੱਗਦਾ ਵੀ ਕਿੱਥੇ ਕਿੱਥੇ ਕਲਰ ਨੇ ਜਿਹੜੀ ਕਣਕ ਮਾਰਤੀ। ਉਹ ਕਲਰ ਦਾ ਜਿਹੜਾ ਸੀਗਾ ਕੱਲ ਪ੍ਰਭਾਵ ਉਸ ਰੈਲੀ ਦੇ ਵਿੱਚੋਂ ਆਉਂਦਾ ਸੀ। ਔਰ ਜਿਹੜਾ ਕਲਰ ਦਾ ਪ੍ਰਭਾਵ ਆਉਂਦਾ ਸੀ, ਉਹਦੇ ਤੋਂ ਪਤਾ ਲੱਗਦਾ ਸੀ ਕਿ ਇਹ ਮੈਨੇਜਮੈਂਟ ਤਾਂ ਬਹੁਤ ਅੱਛੀ ਕੀਤੀ ਹੈ ਜੀ, ਪਰ ਉਹਨੂੰ ਬੂਰ ਨਹੀਂ ਮਿਲਿਆ। ਤੇ ਜੇ ਆਪਾਂ ਦੇਖੀਏ, ਇਹ ਤਾਂ ਹੋ ਗਿਆ ਗਿਣਾਤਮਕ ਪੱਖ। ਗੁਣਾਤਮਕ ਪੱਖ ਤੋਂ ਦੇਖੀਏ ਤਾਂ ਉੱਥੇ ਵੀ ਕੋਈ ਬਹੁਤੀ ਜੀ ਸਫਲਤਾ ਨਹੀਂ ਮਿਲੀ। ਕੱਲ ਮਿਥਨ ਚੱਕਰਵਰਤੀ ਨੂੰ ਜੁਆਇਨ ਕਰਵਾ ਲਿਆ। ਮਿਥਨ ਚੱਕਰਵਰਤੀ ਨੂੰ ਜੁਆਇਨ ਕਰਵਾਇਆ ਤੇ ਮਿਥਨ ਚੱਕਰਵਰਤੀ ਨੇ ਵੀ ਕਹਿਤਾ ਕਿ ਮੈਨੂੰ ਆਮ ਬੰਦਾ ਨਾ ਸਮਝੋ, ਮੈਂ ਕੋਬਰਾ। ਓਏ ਹੋਏ ਹੋਏ, ਸੱਪਾਂ ਕਹਿੰਦਾ ਮੈਂ। ਹਾਂ, ਕੋਬਰਾ ਸੱਪਾਂ ਜਿੱਥੇ ਕਹਿੰਦਾ ਜਿਸ ਬੰਦੇ ਨੂੰ ਮੈਂ ਡੰਗ ਮਾਰਦਾ ਪਾਣੀ ਨਹੀਂ ਪੀਂਦਾ। ਇਹਦਾ ਮਤਲਬ ਵੀ ਉਹ ਡੰਗ ਮਾਰੂਗਾ ਉਹਨਾਂ ਨੂੰ। ਨਹੀਂ, ਡੰਗ ਮਾਰਨ ਵਾਲੀ ਗੱਲ ਨਹੀਂ, ਡੰਗ ਮਾਰੂਗਾ ਕਿਹਨੂੰ ਦੇਖਣ ਵਾਲੀ ਗੱਲ ਹੈ। ਜਦੋਂ ਅਸੀਂ ਮਿਥਨ ਚੱਕਰਵਰਤੀ ਦਾ ਪਿਛੋਕੜ ਦੇਖਦੇ ਹਾਂ, ਕਿਸੇ ਜ਼ਮਾਨੇ ਦੇ ਵਿੱਚ ਉਹ ਆਪਣੇ ਆਪ ਨੂੰ ਪ੍ਰੋਗਰੈਸਿਵ ਕਹਾਉਂਦਾ ਹੁੰਦਾ ਸੀ। ਜਦੋਂ ਖੱਬੇ ਪੱਖੀਆਂ ਦੀਆਂ ਉੱਥੇ ਲਹਿਰਾਂ ਚੱਲਦੀਆਂ ਹੁੰਦੀਆਂ ਸੀ, ਉਦੋਂ ਉਹਨਾਂ ਵਾਸਤੇ ਪ੍ਰੋਗਰਾਮ ਆਯੋਜਿਤ ਕਰਦਾ ਹੁੰਦਾ ਸੀ ਤੇ ਉਹਨਾਂ 'ਚ ਪਾਰਟਿਸਪੇਟ ਕਰਦਾ ਸੀ।
ਲੰਬਾ ਸਮਾਂ ਉਹ ਜਿੰਨੀ ਦੇਰ ਤੱਕ ਸਰਕਾਰ ਰਹੀ ਉਹ ਖੱਬੇ ਪੱਖੀਆਂ ਨਾਲ ਰਿਹਾ ਜੀ। ਫਿਰ ਉਹ ਸਮਾਂ ਆਇਆ ਜਦੋਂ ਉੱਥੇ ਮਮਤਾ ਬੈਨਰਜੀ ਦੀ ਚੜ੍ਹਾਈ ਹੋਣ ਲੱਗੀ ਜੀ, ਉਹਨੇ ਨਾਲ ਦੀ ਨਾਲ ਹੀ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਹਾਂ, ਰੰਗ ਬਦਲਦੇ ਦਸਤਾਰਾਂ ਦੇ। ਹਾਂ, ਜਿਵੇਂ ਮਮਤਾ ਬੈਨਰਜੀ ਜਦੋਂ ਪਾਵਰ 'ਚ ਆ ਗਈ ਤੇ ਉਦੋਂ ਤੱਕ ਉਹ ਮਮਤਾ ਦੇ ਰੰਗ ਵਿੱਚ ਰੰਗਿਆ ਗਿਆ ਸੀ। ਜੀ। ਫਿਰ ਮਮਤਾ ਬੈਨਰਜੀ ਨੇ ਉਹਨੂੰ 2011 'ਚ ਮਮਤਾ ਬੈਨਰਜੀ ਬਣਦੀ ਹੈ ਮੁੱਖ ਮੰਤਰੀ। 2014 ਦੇ ਵਿੱਚ ਰਾਜ ਸਭਾ ਦੀ ਆਉਂਦੀ ਹੈ ਇਲੈਕਸ਼ਨ ਜੀ, ਤੇ ਮਮਤਾ ਬੈਨਰਜੀ ਉਹਨੂੰ ਪੇਸ਼ਕਸ਼ ਕਰਦੀ ਹੈ ਕਿ ਤੁਸੀਂ ਰਾਜ ਸਭਾ ਦੀ ਚੋਣ ਲੜੋ। ਅੱਛਾ ਜੀ। ਉਹਦਾ ਜੀ ਰਹਿਣ ਦਿਓ, ਮੈਂ ਨਹੀਂ ਲੜਨੀ। ਕਹਿੰਦੀ ਨਹੀਂ ਤੂੰ ਕਰ। ਕਹਿੰਦਾ ਜੀ ਤੁਸੀਂ ਮਨ ਬਣਾ ਲਓ ਹਾਲੇ। ਉਹ ਕਹਿੰਦੀ ਤੂੰ ਨੋਮੀਨੇਸ਼ਨ ਪੇਪਰ ਫਾਈਲ ਕਰ, ਮੈਂ ਮਨ ਬਣਾਉਣੀ ਹੈ। ਫਿਰ ਕਿਸੇ ਐਕਟਰਸ ਦੀ ਮੌਤ ਹੋਈ ਸੀ, ਸ਼ਮਸ਼ਾਨ ਘਾਟ 'ਚ ਗਏ ਦੋਨੋਂ ਜਾਣੇ ਜੀ। ਉੱਥੇ ਮਮਤਾ ਬੈਨਰਜੀ ਨੇ ਕਹਿਤਾ ਕਿ ਮੈਂ ਮਨ ਬਣਾ ਲਿਆ ਤੇ ਤੈਨੂੰ ਚੋਣ ਲੜਨੀ ਪੈਣੀ ਹੈ ਜੀ। ਤੇ ਉਹ ਬੰਦੇ ਨੇ ਚੋਣ ਲੜ ਲਈ। ਚੋਣ ਲੜ ਕੇ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ। ਅੱਛਾ ਜੀ। 2014 'ਚ। ਲੇਕਿਨ 2016 ਦੇ ਵਿੱਚ ਉਹਨੇ ਮੈਂਬਰੀ ਛੱਡਤੀ। ਕਿਉਂ ਛੱਡਤੀ? ਰਾਜ ਸਭਾ ਤੋਂ ਅਸਤੀਫਾ ਕਿਉਂ ਦਿੱਤਾ? ਕਿਹਾ ਤਾਂ ਇਹ ਕਿ ਮੇਰੀ ਸਿਹਤ ਖਰਾਬ ਰਹਿੰਦੀ ਹੈ। ਲੇਕਿਨ ਅਸਲ ਗੱਲ ਕੀ ਸੀ? ਅਸਲ ਗੱਲ ਆ ਸੀ। ਅਸਲ ਗੱਲ ਨਹੀਂ ਜੀ, ਅਸਲ ਗੱਲ ਇਹ ਸੀ ਕਿ ਜਿਹੜਾ ਉਹ ਸ਼ਾਰਦਾ ਚਿੱਟ ਫੰਡ ਘੁਟਾਲਾ ਹੈ, ਉਸ ਚਿੱਟ ਫੰਡ ਘੁਟਾਲੇ ਦੇ ਵਿੱਚ ਨਾ ਆ ਗਿਆ ਸੀ। ਅੱਛਾ। ਮਿਠਨ ਚੱਕਰਵਰਤੀ, ਸੁਬੋਧ, ਜਿਵੇਂ ਸੁਬੋਧ ਰਾਏ ਦਾ ਆਇਆ ਵਿੱਚ ਉਵੇਂ ਜਿਵੇਂ ਉਹਦਾ ਵੀ ਮਿਥਨ ਚੱਕਰਵਰਤੀ ਦਾ ਵੀ ਨਾਂ ਆ ਗਿਆ। ਤੇ ਫਿਰ ਮਿਥਨ ਚੱਕਰਵਰਤੀ ਨੇ ਹਾਲਾਂਕਿ ਕਲੀਨ ਚਿੱਟ ਮਿਲ ਗਈ ਉਹਨੂੰ, ਹਾਂ ਮਿਲ ਹੀ ਜਾਣੀ, ਉਹ ਅਸਤੀਫਾ ਉਹਨੇ ਦਿੱਤਾ, ਰਾਜ ਸਭਾ ਦੀ ਮੈਂਬਰੀ ਛੱਡਤੀ। ਫਿਰ ਜੀ ਉਹ ਘਰੇ ਬੈਠ ਗਿਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਮਿਤ ਸ਼ਾਹ ਵੀ ਉਹਦੇ ਘਰੇ ਜਾਂਦੇ ਜੀ, ਔਰ ਜਾਂਦੇ ਹੈ ਮੋਹਨ ਭਾਗਵਤ ਵੀ, ਜਿਹੜੇ RSS ਦੇ ਚੀਫ ਹੈ ਜੀ। ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਤੋਂ ਪਹਿਲਾਂ ਉਹਨੂੰ ਜੁਆਇਨ ਪ੍ਰਧਾਨ ਮੰਤਰੀ ਨੇ ਨਹੀਂ ਕਰਵਾਇਆ। ਅੱਛਾ ਜੀ। ਸਗੋਂ ਪ੍ਰਧਾਨ ਮੰਤਰੀ ਦੇ ਜਾਣ ਤੋਂ ਪਹਿਲਾਂ ਕੈਲਾਸ਼ ਵਿਜੇ ਵਰਗਿਆ ਜਿਹੜਾ ਇੰਚਾਰਜ ਹੈ ਬੰਗਾਲ ਦਾ, ਤੇ ਦਲੀਪ ਘੋਸ਼ ਜੀ, ਜਿਹਨੂੰ ਪ੍ਰਧਾਨਗੀ ਸੌਂਪੀ ਹੋਈ ਹੈ, ਉੱਥੇ ਹੁਣ ਮੁਕਾਬਲੇ 'ਚ ਉਹੀ ਹੈ ਬੀਬੀ ਦੇ, ਮਮਤਾ ਬੈਨਰਜੀ ਦੇ। ਮਮਤਾ ਬੈਨਰਜੀ ਨੂੰ ਕਿੰਨੇ % ਲੋਕ ਸਮਝਦੇ ਆ ਵੀ ਇਹ ਪੰਜਾਬ ਸਫਲ ਮੁੱਖ ਮੰਤਰੀ ਹੈ ਤੇ ਹੋਣੀ ਚਾਹੀਦੀ ਹੈ ਜੀ। ਕਿੰਨੇ ਲੋਕਾਂ ਦੀ ਚੁਆਇਸ ਆ ਉਹ ਆਪਾਂ ਸਰਵੇ 'ਚ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ 50% ਕਹਿੰਦੇ, ਤੇ ਉਹ ਅੱਧ 'ਚ ਫਿਰਦਾ ਹਾਲੇ ਜੀ, ਦਲੀਪ ਘੋਸ਼। ਉਹਨਾਂ ਦੋਨਾਂ ਨੇ ਜੁਆਇਨ ਕਰਾ ਲਿਆ ਘੰਟਾ ਕੁ ਪਹਿਲਾਂ ਘਰੇ ਜਾ ਕੇ। ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਦੀ ਜਦੋਂ ਸਭਾ ਹੁੰਦੀ ਹੈ, ਉਸ ਸਭਾ ਦੇ ਵਿੱਚ ਉਹ ਆ ਗਿਆ ਤੇ ਪ੍ਰਧਾਨ ਮੰਤਰੀ ਨੇ ਜ਼ਿਕਰ ਵੀ ਕੀਤਾ, ਭਾਸ਼ਣ ਵੀ ਉਹ ਤੋਂ ਥੋੜ੍ਹਾ ਜਿਹਾ ਕਰਵਾਤਾ ਤੇ ਉੱਥੇ ਉਹਨੇ ਕਰਤਾ। ਤੇ ਇਹਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਬਣਾ ਕੇ ਦਿਖਾਇਆ ਜਾ ਰਿਹਾ ਜੀ। ਲੇਕਿਨ ਇਹ ਪ੍ਰਾਪਤੀ ਨਹੀਂ, ਇਹ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਹੈ। ਨੁਕਸਾਨ ਕੀ ਹੈ ਕਿ ਕਿਆਫੇ ਵਾਲੇ ਲਾ ਲਏ ਸੀ ਜੀ ਕਿ ਲੋਕ ਭੱਜੇ ਹੀ ਤੁਰੇ ਆਉਣਗੇ ਸਾਡੇ ਨਾਲ। ਤੇ ਆਪਣੇ ਬਹੁਤ ਵੱਡੇ ਕ੍ਰਿਕਟਰ ਹੋਏ ਆ ਬੰਗਾਲ ਦੇ, ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ, ਗਾਂਗੁਲੀ ਸਾਹਿਬ, ਸੌਰਵ ਗਾਂਗੁਲੀ ਹੈ ਮੇਰਾ ਖਿਆਲ ਪੂਰਾ ਨਾਮ ਉਹਦਾ। ਹਾਂਜੀ। ਗਾਂਗੁਲੀ ਸਾਹਿਬ ਡੋਰੇ ਪਏ ਸੀ ਗਾਂਗੁਲੀ ਤੇ। ਅੱਛਾ ਜੀ। ਗਾਂਗੁਲੀ ਤੇ ਡੋਰੇ ਪਏ ਸੀ ਕਿ ਗਾਂਗੁਲੀ ਜੀ ਤੁਸੀਂ ਆ ਜਾਓ। ਤੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਕਿ ਕੈਲਾਸ਼ ਆਪਣਾ ਜਿਹੜਾ ਦਲੀਪ ਘੋਸ਼ ਦਾ ਪੂਰਾ ਨਹੀਂ ਉਤਰਦਾ ਜੀ, ਮੁੱਖ ਮੰਤਰੀ ਦਾ ਚਿਹਰਾ ਉਹਨੂੰ ਬਣਾਇਆ ਜਾ ਰਿਹਾ ਸੀ। ਅੱਛਾ ਜੀ। ਉੱਥੇ ਜਿਹੜੇ ਹੈਗੇ ਬੰਗਾਲ ਦੇ ਕੁਝ ਲੋਕਾਂ ਨੇ, ਕੁਝ ਪੋਲੀਟੀਕਲ ਲੋਕਾਂ ਨੇ ਵੀ, ਕੁਝ ਜਿਹੜੇ ਬੰਗਾਲ ਦੇ ਖੈਰ ਖੁਆਹ ਸੀ, ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰਤੇ ਜੀ ਕਿ ਇਹ ਬੰਦਾ ਬੰਗਾਲ ਦਾ ਸਤਾਰਾ ਹੈ, ਬੰਗਾਲ ਦਾ ਗੌਰਵ ਹੈ, ਬੰਗਾਲ ਦੇ ਨੌਜਵਾਨਾਂ ਦਾ ਆਦਰਸ਼ ਹੈ ਜੀ। ਇਹਨੂੰ ਜਿਹੜੀ ਹੈਗੀ ਇਸ ਗੰਦੀ ਖੇਡ 'ਚ ਨਹੀਂ ਪੈਣਾ ਚਾਹੀਦਾ। ਗੰਦੀ ਖੇਡ ਦਾ ਮਤਲਬ ਕੀ ਹੈ ਕਿ ਆਮ ਤੌਰ 'ਤੇ ਮੰਨਿਆ ਹੀ ਜਾਂਦਾ ਹੈ ਕਿ ਜਿੱਥੇ ਜ਼ਿਆਦਾ ਗੰਦ ਪੈ ਜੇ, ਗੰਦ ਵਾਲੇ ਥਾਂ ਦੇ ਵਿੱਚ ਕਮਲ ਉੱਗ ਪੈਂਦਾ ਹੈ। ਇਹ ਕਮਲ ਉਗਾਉਂਦੇ ਸੀ। ਅੱਛਾ ਜੀ। ਪਰ ਉੱਥੇ ਕਮਲ ਨੇ ਉਗਣ ਤੋਂ ਇਨਕਾਰ ਕਰਤਾ। ਗਾਂਗੁਲੀ ਨੇ ਐਨ ਆਖਰੀ ਸਮੇਂ ਤੇ ਕਹਿੰਦਾ ਜੀ ਮਾਫ ਕਰੋ, ਮੈਂ ਨਹੀਂ ਇਸ ਗੰਦ ਵਾਲੇ ਚੱਕਰ 'ਚ ਪੈਂਦਾ। ਮੇਰੀ ਇੱਕ ਇੱਜ਼ਤ ਬਣੀ ਹੈ। ਮੈਂ ਕਿਹਾ ਹਾਲਾਂਕਿ ਉਹ BCCI ਆਪਣਾ ਜਿਹੜਾ ਕ੍ਰਿਕਟ ਦਾ ਮੇਰੇ ਖਿਆਲ BCCI ਦਾ ਚੇਅਰਮੈਨ ਵੀ ਰਿਹਾ, ਸ਼ਾਇਦ ਵੀ ਬਣਾਇਆ ਵਾ, ਸ਼ਾਇਦ ਹੁਣ ਵੀ ਹੈਗਾ, ਉਹ ਪਤਾ ਨਹੀਂ ਕੀ ਹੈ, ਉਹਨੂੰ ਬਣਾਇਆ ਵਾ। ਉਹਨੇ ਕਹਿੰਦਾ ਜੀ ਮੈਨੂੰ ਮਾਫ ਕਰੋ। ਉਹ ਨੁਕਸਾਨ ਦੀ ਪੂਰਤੀ ਵਾਸਤੇ ਕਿ ਗਾਂਗੁਲੀ ਤਾਂ ਨਹੀਂ ਆ ਰਿਹਾ ਤੇ ਫਿਰ ਆਪਾਂ ਮਿਥਨ ਚੱਕਰਵਰਤੀ ਨੂੰ ਲੈ ਲਈਏ, ਮਿਥਨ ਚੱਕਰਵਰਤੀ ਨੂੰ ਲੈ ਲਿਆ ਜੀ। ਸੋ ਆਪਾਂ ਦੇਖੀਏ ਜੇ ਕਿ ਸਟਰੈਂਥ ਦੇ ਪੱਖ ਤੋਂ ਵੀ, ਭੀੜ ਦੇ ਪੱਖ ਤੋਂ ਵੀ ਜਿੰਨੀ ਸਫਲਤਾ ਲੋਚੀ ਸੀ ਉਨੀ ਨਹੀਂ ਮਿਲੀ। ਉਹ ਵੀ ਕਲਕੱਤੇ ਦੇ ਵਿੱਚ। ਤੇ ਜਿੱਥੇ ਜਿਨ੍ਹਾਂ ਦੋ ਪਾਰਟੀਆਂ ਨੂੰ, ਜਿੱਥੇ ਬਿਹਾਰ ਦਾ ਮਜ਼ਦੂਰ ਬਹੁਤ ਗਿਆ ਵੇ, ਲੁਧਿਆਣੇ ਵਾਂਗੂ ਢਿੱਲੋਂ ਸਾਹਿਬ, ਲੈਫਟ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤਾਂ ਉੱਥੇ ਜ਼ੀਰੋ ਹੀ ਕਰਤਾ ਸੀ ਨਾ ਵੀ ਉਹ ਤਾਂ ਹੈ ਹੀ ਨਹੀਂ। ਤੇ ਜੇ ਲੈਫਟ ਦੀ ਤੇ ਕਾਂਗਰਸ ਦੀ ਸਥਿਤੀ ਇਹ ਬਣ ਗਈ ਕਿ ਉਹ ਮੁਕਾਬਲੇ ਦੇ ਉੱਤੇ ਹੈ ਤੇ ਇਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਇਕੱਠ ਹੋਣਾ ਨਹੀਂ ਹੋਇਆ ਜਿੰਨਾ ਉਹਨਾਂ ਦਾ ਹੋ ਗਿਆ, ਇਹ ਤਾਂ ਫਿਰ ਵਾਕਈ ਚਿੰਤਾ ਦੀ ਗੱਲ ਹੈ। ਬੜਕਾਂ ਭਾਵੇਂ ਬਹੁਤ ਮਾਰੀਆਂ ਜਾ ਰਹੀਆਂ ਪਰ BJP ਦੇ ਲਈ ਇਹ ਗੱਲ ਹੈ ਚਿੰਤਾ ਵਾਲੀ। ਬਾਕੀ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਰਾਮ। ਇਹ ਆਪਣੇ ਕਹਿੰਦੇ ਸਾਡੇ ਮੋਦੀ ਸਾਹਿਬ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ USP ਹੈ, ਯੂਨੀਕ ਸੈਲਿੰਗ ਪੁਆਇੰਟ ਆ ਉਹਨਾਂ ਦਾ। ਅੱਛਾ ਜੀ। ਪੰਜਾਬ ਆਉਂਦੇ ਆ, ਪੰਜਾਬ ਨਾਲ ਰਿਸ਼ਤੇਦਾਰੀ ਜੀ। ਉੱਤਰਾਖੰਡ ਜਾਂਦੇ, ਉੱਤਰਾਖੰਡ ਨਾਲ ਰਿਸ਼ਤੇਦਾਰੀ। ਕਸ਼ਮੀਰ 'ਚ ਜਾਂਦੇ ਆ, ਕਸ਼ਮੀਰ ਨਾਲ ਆਪਣੀਆਂ ਨੇੜਤਾਵਾਂ।
ਕਹਿੰਦੇ ਉਹ ਨੰਦੀਗ੍ਰਾਮ ਨਾਲ ਵੀ ਕੱਢ ਲਈ। ਨੰਦੀਗ੍ਰਾਮ ਤਾਂ ਇਹ ਜੀ ਵੀ ਨੰਦੀਗ੍ਰਾਮ ਜਿਹੜੀ ਹੈ ਇਹਨੂੰ ਆਪਾਂ ਕਵਾਂਗੇ 34 ਸਾਲ ਰਿਹਾ ਉੱਥੇ ਮਾਰਕਸੀ ਪਾਰਟੀ ਦਾ ਰਾਜ ਭਾਗ ਜੀ। ਤੇ ਭਾਰਤ ਦੇ ਸਭ ਤੋਂ ਲੰਬੇ ਮੁੱਖ ਮੰਤਰੀਆਂ ਵਜੋਂ ਜੇ ਕਿਸੇ ਬੰਦੇ ਦਾ ਨਾਂ ਆਉਂਦਾ ਤਾਂ ਉਹ ਨਵੋਦਰੀ ਉਹਦਾ ਆਪਣਾ ਜੋਤੀ ਬਾਸੂ ਦਾ ਜੋਤੀ ਬਾਸੂ ਦਾ। ਠੀਕ ਹੈ। 34 ਸਾਲਾਂ ਬਾਅਦ ਜੇ ਮਾਰਕਸੀ ਪਾਰਟੀ ਦਾ ਉੱਥੋਂ ਝੰਡਾ ਪੱਟਿਆ ਗਿਆ ਤੇ ਤ੍ਰਿਣਮੂਲ ਕਾਂਗਰਸ ਦਾ ਉੱਥੇ ਝੰਡਾ ਲੱਗ ਗਿਆ ਜੀ। ਤੇ ਹਾਲਤ ਇਹ ਹੈ ਕਿ ਮਾਰਕਸੀ ਪਾਰਟੀ ਦੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਫ਼ਤਰ ਹੁੰਦੇ ਸੀ ਜਿਹੜਾ ਉਹਨਾਂ ਦਾ ਕਾਡਰ ਸੀ, ਜਿਹੜੇ ਉਹਨਾਂ ਦੇ ਉਹਨਾਂ ਨੇ ਤਾਂ ਤ੍ਰਿਣਮੂਲ ਕਾਂਗਰਸ ਜਾਣਾ ਸੀ, ਨਾਲ ਉਹਨਾਂ ਦੇ ਦਫ਼ਤਰ ਵੀ ਉਹੀ ਤਬਦੀਲ ਕਰਤੇ, ਇੰਤਕਾਲੀ ਤਬਦੀਲ ਕਰਤੇ। ਕਹਿ ਲਓ ਜੀ ਇੰਤਕਾਲ ਇਹ ਸੀ ਤੁਹਾਡੇ ਨਾਲ ਕਰਤਾ। ਨੰਦੀਗ੍ਰਾਮ ਜਿਹੜਾ ਹੈ ਇੱਕ ਬਹੁਤ ਜਿਹੜਾ ਹੈਗਾ ਇਹਨੂੰ ਆਪਾਂ ਕਹਾਂਗੇ ਇੱਕ ਭਾਵਨਾ ਨਾਲ ਜੁੜਿਆ ਹੋਇਆ, ਬੰਗਾਲੀਆਂ ਦੀ ਭਾਵਨਾ ਨਾਲ ਜੁੜਿਆ ਹੋਇਆ ਇੱਕ ਪੁਆਇੰਟ ਹੈ ਜੀ। ਹਲਕਾ ਵੀ ਹੈ ਉਹ, ਮੇਰੇ ਖਿਆਲ ਮੁਤਾਬਕ ਮਿਦਨਾਪੁਰ ਚ ਪੈਂਦਾ ਹੈ ਜੀ। ਔਰ ਇਸ ਹਲਕੇ ਦੇ ਉੱਤੇ ਜਿਹੜੇ ਸਬਿੰਦੂ ਅਧਿਕਾਰੀ ਹੈ ਜੀ, ਉਹ ਉੱਥੋਂ MLA ਬਣਦੇ ਆ। ਇਹ ਉਸ ਇਲਾਕੇ ਦੇ ਰਹਿਣ ਵਾਲੇ ਆ, ਵੋਟ ਵੀ ਉੱਥੇ ਹੈ। ਉਹਨਾਂ ਦੇ ਪਰਿਵਾਰ ਦਾ ਵੀ ਉਸ ਹਲਕੇ ਦੇ ਵਿੱਚ ਬੜਾ ਬੋਲਬਾਲਾ ਹੈ ਜੀ। ਲਗਭਗ ਹਰ ਚੋਣ ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਪਰਿਵਾਰ ਦਾ ਗਿਣਿਆ ਜਾਂਦਾ ਹੈ। ਪਰ ਹੁਣ ਇੱਕ ਨਵੀਂ ਵਿਲੱਖਣ ਗੱਲ ਹੋਈ ਹੈ ਜੀ ਕਿ ਬੀਬੀ ਮਮਤਾ ਬੈਨਰਜੀ ਨੇ ਆਪਣਾ ਹਲਕਾ ਛੱਡ ਕੇ ਉਸ ਹਲਕੇ ਤੋਂ ਜਾ ਕੇ ਉਹਨਾਂ ਨੇ ਐਲਾਨ ਕਰਤਾ ਕਿ ਚੋਣ ਮੈਂ ਇੱਥੋਂ ਲੜਨੀ। ਅੱਛਾ। ਹੁਣ ਇੱਥੋਂ ਚੋਣ ਲੜਨੀ ਹੈ ਤੇ ਉਸ ਚੋਣ ਦੇ ਲੜਨ ਦੇ ਨਾਲ ਫਿਰ ਹੁਣ ਸਬਿੰਦੂ ਅਧਿਕਾਰੀ ਨੇ ਕਹਿਤਾ ਜੀ, ਕਹਿੰਦਾ ਜੀ ਮੈਂ ਤਾਂ ਇੱਥੋਂ ਦਾ ਜੰਮਪਲ ਆ, ਮੈਂ ਇੱਥੋਂ ਦਾ ਵੋਟਰ ਆ, ਮੈਂ ਤਾਂ ਲੋਕਲ ਆ। ਤੇ ਬੀਬੀ ਮਮਤਾ ਬੈਨਰਜੀ ਬਾਹਰ ਲਈ ਹੈ ਜੀ। ਪਹਿਲੀ ਗੱਲ ਤਾਂ ਵੀ ਬਾਹਰ ਲਈ ਤੇ ਅੰਦਰਲੇ ਦਾ ਤੁਸੀਂ ਫੈਸਲਾ ਕਿਵੇਂ ਕਰੋਗੇ? ਉਹ ਬੰਗਾਲ ਦੀ ਮੁੱਖ ਮੰਤਰੀ ਹੈ ਜੀ। ਜਦੋਂ ਕੋਈ ਮੁੱਖ ਮੰਤਰੀ ਹੁੰਦਾ ਸਾਰੇ ਹਲਕੇ ਦਾ ਹੁੰਦਾ। ਦੂਜੀ ਗੱਲ ਆਪਾਂ ਕਵਾਂਗੇ ਕਿ ਤੂੰ ਮਮਤਾ ਬੈਨਰਜੀ ਨੂੰ ਛੱਡ ਕੇ ਭਾਈ ਗਿਆ ਉਧਰ ਹਾਂਜੀ। ਤੂੰ ਜਿਸ ਚੋਣ ਨਿਸ਼ਾਨ ਦੇ ਉੱਤੇ ਚੋਣ ਲੜ ਕੇ MLA ਬਣਿਆ ਤੇ ਵਜ਼ੀਰ ਬਣਿਆ ਟਰਾਂਸਪੋਰਟ ਮਹਿਕਮੇ ਦਾ, ਉਹ ਚੋਣ ਨਿਸ਼ਾਨ ਜਿਹੜਾ ਹੈਗਾ ਮਮਤਾ ਬੈਨਰਜੀ ਦੀ ਪਾਰਟੀ ਦਾ ਹਾਂਜੀ। ਇੱਥੇ ਸ਼ਿਬਿੰਦੂ ਅਧਿਕਾਰੀ ਨਹੀਂ ਜਿੱਤਿਆ, ਇੱਥੇ ਉਹ ਚੋਣ ਨਿਸ਼ਾਨ ਜਿੱਤਿਆ ਸੀ ਜੀ। ਹੁਣ ਚੋਣ ਨਿਸ਼ਾਨ ਜਿਹੜਾ ਉਹਨੇ ਆਪਣਾ ਸੰਭਾਲ ਲਿਆ। ਉਸੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜ ਕੇ ਉਹ ਕਹਿੰਦੀ ਵੀ ਮੈਂ ਇਹ ਦਿਖਾਊਂਗੀ ਕਿ ਮੇਰੀ ਪਾਪੂਲੈਰਿਟੀ ਕਿੰਨੀ ਕੁ ਹੈ ਜੀ। ਮੋਦੀ ਸਾਹਿਬ ਨੇ ਨਾਲ ਇੱਕ ਹੋਰ ਗੱਲ ਕਹਿਤਾ, ਕਹਿੰਦਾ ਜੀ ਬੀਬੀ ਨੇ ਪੰਗਾ ਲੈ ਲਿਆ। ਇੱਕ ਤਾਂ ਉਹਨੇ ਬੜੀ ਇਤਰਾਜ਼ਯੋਗ ਗੱਲ ਕਹੀ, ਕਹਿੰਦੇ ਸੀ ਤਾਂ ਦੀਦੀ ਜੀ, ਲੋਕਾਂ ਨੇ ਦੀਦੀ ਮੰਨਿਆ ਸੀ, ਵੱਡੀ ਭੈਣ ਮੰਨਿਆ ਸੀ ਭਾਵ, ਤੇ ਦੀਦੀ ਨਹੀਂ ਰਹੀ, ਦੀਦੀ ਭੂਆ ਬਣ ਗਈ। ਅੱਛਾ ਜੀ। ਭੂਆ ਤੋਂ ਉਹ ਉਹਦੇ ਭਤੀਜੇ ਵੱਲ ਇਸ਼ਾਰਾ ਕਰਤਾ ਹਾਂ ਕਿ ਸਾਰਾ ਕੁਛ ਜਿਹੜਾ ਹੈਗਾ ਉਹ ਭਤੀਜੇ ਦੇ ਹੀ ਜਾਂਦੇ। ਜੇ ਭਤੀਜੇ ਦੇ ਹਵਾਲੇ ਕਰ ਦਿੱਤਾ ਹੁੰਦਾ ਤਾਂ ਉਹ ਨੰਦੀਗ੍ਰਾਮ ਤੇ ਜਾ ਕੇ ਚੋਣ ਲੜ ਰਹੀ ਹੈ। ਇਹਦਾ ਫਿਰ ਦਰਦ ਕਿਉਂ ਹੁੰਦਾ? ਜਿਹੜਾ ਸਬਿੰਦੂ ਅਧਿਕਾਰੀ ਹੈ ਉਹ ਕਹਿੰਦਾ ਜੀ ਉਹਦੀ ਹਾਰ ਯਕੀਨੀ ਹੈ। ਕਹਿੰਦਾ ਇਹ ਤੋਂ ਬਾਅਦ ਤਾਂ ਜਿਹੜੀ ਹੈਗੀ 2 ਮਈ ਤੋਂ ਬਾਅਦ ਤਾਂ ਕਹਿੰਦਾ ਉਹਨੇ ਸਾਬਕਾ MLA ਬਣ ਜਾਣੇ। ਅੱਛਾ ਜੀ। ਮਤਲਬ ਪਹਿਲਾਂ ਹੀ ਡਿਸਾਈਡ ਕਰਤਾ, ਮੁੱਖ ਮੰਤਰੀ ਦਾ ਮਤਲਬ ਫੈਸਲਾ ਕਰੀ ਬੈਠੇ। ਵੈਸੇ ਜੇ ਇਹ ਹੋ ਵੀ ਸਕਦਾ ਹੈ ਕਿਉਂਕਿ ਵੋਟਾਂ ਦੇ ਲਿਹਾਜ਼ ਨਾਲ ਤਾਂ ਭਾਵੇਂ ਨਾ ਹੋਵੇ, EVM ਭਗਵਾਨ ਹੈ ਨਾ। ਹਾਂ, EVM ਨਾਲ ਜ਼ਰੂਰ ਹੋ ਸਕਦਾ, ਕੋਈ ਐਸੀ ਵੈਸੀ ਗੱਲ ਹੋ ਸਕਦੀ। ਪਰ ਮਮਤਾ ਬੈਨਰਜੀ ਨੇ ਕਹਿਤਾ ਜੋ ਮਰਜ਼ੀ ਕਰ ਲਓ ਜੀ। ਤੁਸੀਂ ਦੇਖੋ ਇੱਕ ਪਾਸੇ ਕੇਂਦਰ ਦੀ ਸਰਕਾਰ, ਸ਼ਕਤੀਸ਼ਾਲੀ ਸਰਕਾਰ ਜਿਹਦੇ ਕੋਲ ਸਭ ਕੁਝ ਹੈ, ਸਾਰਾ ਕੋਈ ਮੰਤਰੀ ਬੈਠੇ ਜੀ, ਸਾਰੇ ਉੱਥੇ ਡਿੱਗੇ ਬੈਠੇ। ਦੂਜੇ ਪਾਸੇ ਇੱਕ ਫਕੀਰਾਂ ਵਰਗੀ ਜ਼ਿੰਦਗੀ ਜਿਉਣ ਵਾਲੀ ਬੀਬੀ ਚੱਪਲਾਂ 'ਚ ਤੁਰੀ ਫਿਰਦੀ ਹੈ। ਉਹ ਜੇ ਤੁਸੀਂ ਦੇਖੋ ਉਹਦੀ ਉਮਰ ਦੇਖੀਏ ਤੇ ਉਹਦੀ ਉਮਰ ਦੇ ਨਾਲੋਂ ਵੱਧ ਉਹਦੀ ਸਰਗਰਮੀ 66 ਸਾਲਾਂ ਦੀ ਉਮਰ ਆ ਮੈਨੂੰ ਲੱਗਦਾ। 66 ਸਾਲ ਉਹਦੀ ਸਰਗਰਮੀ ਦੇਖੋ। ਉਹਦੇ ਹੱਥ ਦੇ ਵਿੱਚ ਭਾਰਤ ਦਾ ਝੰਡਾ ਹੈ, ਇੱਕ ਹੱਥ ਦੇ ਵਿੱਚ ਉਹਦਾ ਮਾਈਕ ਹੈ। ਕੱਲ ਪ੍ਰਧਾਨ ਮੰਤਰੀ ਸਾਹਿਬ ਤਾਂ ਲਲਕਾਰੇ ਮਾਰ ਰਹੇ ਸੀਗੇ ਆਪਣਾ ਬ੍ਰਿਗੇਡ ਮੈਦਾਨ ਦੇ ਵਿੱਚ, ਤੇ ਮਮਤਾ ਬੈਨਰਜੀ ਉਸੇ ਬੰਗਾਲ ਦੇ ਵਿੱਚ ਜੀ ਉਹ ਗੈਸ ਤੇ ਤੇਲ ਦੇ ਭਾਵਾਂ ਨੂੰ ਲੈ ਕੇ ਜੀ ਪਦ ਯਾਤਰਾ ਕਰ ਰਹੀ ਸੀ, ਲੋਕਾਂ ਨੂੰ ਕਰ ਰਹੀ ਸੀ। ਲੋਕਾਂ ਦੇ ਵਿੱਚ ਉਹਦੀ ਪਾਪੂਲੈਰਿਟੀ ਕਿੰਨੀ ਹੈ, ਚਲੋ ਰਿਜ਼ਲਟ ਤਾਂ ਪਤਾ ਨਹੀਂ ਕੀ ਆਉਣਾ ਦੇਖੋ ਜੀ, ਇਹ ਤਾਂ ਨਹੀਂ ਆਪਾਂ ਕਹਿ ਸਕਦੇ। ਲੇਕਿਨ ਹਾਲਾਤ ਇਹ ਹੈ ਕਿ ਜਿਸ ਕਿਸਮ ਦੀ ਲੋਕਾਂ ਦੇ ਵਿੱਚ ਉਹਨੂੰ ਹਮਾਇਤ ਮਿਲ ਰਹੀ ਹੈ, ਉਹਦੇ ਤੋਂ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਵੀ ਨਰਿੰਦਰ ਮੋਦੀ ਸਾਹਿਬ ਹੋਰਾਂ ਦਾ ਸੁਪਨਾ ਪੂਰਾ ਹੋਊਗਾ। 200 ਦਾ ਟਾਰਗੇਟ ਇਹਨਾਂ ਨੇ ਕੀਤਾ, ਪਰ ਜਿਹੜੇ ਆ ਰਹੀਆਂ ਖਬਰਾਂ ਆ ਰਹੀਆਂ ਜੀ ਖਬਰਾਂ ਦੇ ਮੁਤਾਬਕ ਇਹ ਹੈ ਕਿ ਜੇ ਪਿਛਲੀ ਵਾਰੀ ਆਪਾਂ ਦੇਖੀਏ, ਪਿਛਲੀ ਵਾਰੀ ਇਹਨਾਂ ਨੂੰ 2 ਤੋਂ 18 ਸੀਟਾਂ ਮਿਲੀਆਂ ਸੀ ਬਿਲਕੁਲ, ਔਰ ਉਹਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਤੇ ਜਿੱਥੇ ਇਹਨਾਂ ਨੂੰ ਬਹੁਮਤ ਮਿਲਦਾ ਹੈ ਲਗਭਗ 121 ਬਣ ਗਏ ਜੀ। ਵਧਾ ਦਿਓ ਤੁਸੀਂ 130 ਕਰ ਲਓ। ਲੇਕਿਨ ਇੱਕ ਗੱਲ ਨੋਟ ਕਰ ਲਓ ਕਿ ਜਿਹੜੀ ਕਿਸੇ ਬੰਦੇ ਦੀ ਜਿਹੜੀ ਜੇ ਇਲੈਕਸ਼ਨਾਂ ਦਾ ਅੱਜ ਕੱਲ੍ਹ ਫਰਕ ਹੈ, ਕੋਈ ਜ਼ਮਾਨਾ ਹੁੰਦਾ ਸੀ ਜਦੋਂ ਪਾਰਲੀਮੈਂਟ ਤੇ ਅਸੈਂਬਲੀ ਇਕੱਠੀ ਹੁੰਦੀ ਸੀ ਬਿਲਕੁਲ, ਉਦੋਂ ਕਹਿੰਦੇ ਸੀ ਹੇਠਲੀ ਵੋਟ ਫਲਾਣੇ ਨੂੰ ਤੇ ਉਤਲੀ ਫਲਾਣੇ ਨੂੰ, ਪਰ ਉਹ ਹੁੰਦੀ ਸੀ ਵੋਟ ਇੱਕ ਪਾਸੇ ਜਾਂਦੀ ਸੀ। ਹਾਂਜੀ, ਹੁਣ ਲੋਕ ਫੈਸਲਾ ਕਰਦੇ ਕਿ ਭਾਰਤ 'ਚ ਪ੍ਰਧਾਨ ਮੰਤਰੀ ਕੌਣ ਹੋਊਗਾ, ਤੇ ਇਧਰ ਜਿਹੜਾ ਹੈਗਾ ਦੇਸ਼ ਦੇ ਵਿੱਚ ਜਿਹੜਾ ਸੂਬੇ 'ਚ ਮੁੱਖ ਮੰਤਰੀ ਚਾਹੀਦਾ। ਕਈ ਵਾਰੀ ਦੇਖਿਆ ਤੁਸੀਂ MLA ਹੋਰ ਪਾਰਟੀ ਦਾ ਜਿੱਤੇ ਜਾਂਦਾ, ਜਿੱਥੇ 1-2 ਥਾਵਾਂ ਤੇ ਕੱਟੀਆਂ ਤੇ MP ਹੋਰ ਜਿੱਤੇ ਜਾਂਦਾ। ਨਹੀਂ ਆ ਤੁਸੀਂ ਆਹੀ ਦੇਖ ਲਓ ਕਿ 2019 ਦੇ ਵਿੱਚ ਜੀ
ਭਾਰਤੀ ਜਨਤਾ ਪਾਰਟੀ ਨੇ 303 ਸੀਟਾਂ ਲੈ ਕੇ ਕੇਂਦਰ 'ਚ ਸਰਕਾਰ ਬਣਾ ਲਈ। ਜਿਨ੍ਹਾਂ ਸੂਬਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਮਿਲਿਆ, ਉਹਨਾਂ ਦੇ ਵਿੱਚੋਂ ਇੱਕ ਦਿੱਲੀ ਵੀ ਹੈ। ਦਿੱਲੀ ਦੇ ਵਿੱਚ ਲਗਭਗ ਸਾਰੀਆਂ ਸੀਟਾਂ ਹੀ ਹਾਂ, ਪਰ ਉੱਥੇ ਸਰਕਾਰ ਕਿਹਦੀ ਹੈ? ਕੇਜਰੀਵਾਲ ਦੀ। ਕੇਜਰੀਵਾਲ ਨੂੰ ਕਿੰਨੀ ਵੱਡੀ ਮੈਜੋਰਿਟੀ ਮਿਲੀ ਸੀ। ਇਹੀ ਗੱਲ ਅਸੀਂ ਝਾਰਖੰਡ 'ਚ ਦੇਖੀਏ ਜੀ। ਝਾਰਖੰਡ ਦੇ ਵਿੱਚ ਜਿਹੜੀ ਹੈਗੀ ਹੈ ਲੋਕ ਸਭਾ ਦੇ ਵਿੱਚ ਬੀਜੇਪੀ ਤੇ ਵਿਧਾਨ ਸਭਾ ਦੇ ਵਿੱਚ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਆਰਜੇਡੀ ਕੋਲੀਸ਼ਨ ਜੀ। ਔਰ ਜੇ ਆਪਾਂ ਬੰਗਾਲ ਦੀ ਦੇਖੀਏ ਗੱਲ, ਰਾਜਸਥਾਨ ਦੀ, ਰਾਜਸਥਾਨ 'ਚ ਲੋਕ ਸਭਾ ਦੀਆਂ 25 ਸੀਟਾਂ, 25 ਦੀਆਂ 25 ਸੀਟਾਂ ਇਸ ਗੱਠਜੋੜ ਨੂੰ ਜਾਂਦੀਆਂ ਬੀਜੇਪੀ ਵਾਲੇ ਨੂੰ, ਤੇ ਸਰਕਾਰ ਉੱਥੇ ਕਾਂਗਰਸ ਦੀ ਹੈ। ਇਸ ਕਰਕੇ ਜ਼ਰੂਰੀ ਨਹੀਂ ਕਿ ਜਿਹੜੀਆਂ ਲੋਕ ਸਭਾ 'ਚ ਸੀਟਾਂ ਮਿਲਦੀਆਂ ਜੀ ਉਨੀਆਂ ਹੀ ਸੀਟਾਂ ਉਸ ਰੇਸ਼ੋ ਦੇ ਨਾਲ ਉੱਥੇ ਵੋਟ ਪਰਸੈਂਟੇਜ ਮਿਲੂਗੀ, ਉਹ ਹੋਰ ਵੀ ਹੋ ਸਕਦਾ ਹੈ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਾਮਾਂ ਬਾਅਦ ਦਸਤੂਰ ਜਾਰੀ ਰਹੇਗਾ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।